ਸੂਬੇਦਾਰ ਸ਼ਿਵ ਸਿੰਘ ਦੀ ਪੁਸਤਕ ਸਾਡਾ ਸੱਭਿਆਚਾਰਕ ਵਿਰਸਾ ਨਹੀਂ ਲੱਭਣੇ ਰੰਗ ਗੁਆਚੇ ਦਾ 7ਵਾਂ ਅਧਿਆਇ ਭਾਗ 1 ਸਮਾਜਿਕ ਸਾਧਨਾਂ ਦਾ ਸੱਭਿਆਚਾਰ। ਇਸ ਅਧਿਆਇ ਵਿੱਚ ਸਮਾਜ ਵਾਸਤੇ ਬਣੇ ਸਾਧਨਾਂ ਤੇ ਉਹਨਾਂ ਨਾਲ ਸੰਬੰਧਿਤ ਸੱਭਿਆਚਾਰਾਂ ਬਾਰੇ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਮਾਜਿਕ ਸਾਧਨ ਉਹ ਸਾਧਨ ਹੁੰਦੇ ਸਨ ਜੋ ਤਰੱਕੀ ਦੇ ਇਸ ਦੌਰ ਵਿੱਚ ਸਮਾਜ ਵਾਸਤੇ ਨਿੱਤ ਵਰਤੋਂ ਵਿੱਚ ਆਉਣ ਵਾਲੇ ਮੌਜੂਦਾ ਸਾਧਨ ਨੇ, ਜਿਵੇਂ ਘਰੇਲੂ ਤੇ ਪਰਿਵਾਰਕ ਵਾਹਨ, ਮੋਬਾਈਲ, ਲੈਪਟਾਪ, ਕੰਮ ਕਰਨ ਵਾਲੇ ਖੇਤੀ ਤੇ ਦੂਸਰੇ ਔਜ਼ਾਰ ਨੇ ਜਿਨ੍ਹਾਂ ਦੀ ਅਸੀਂ ਰੋਜ਼ ਵਰਤੋਂ ਕਰਦੇ ਹਾਂ ਅਤੇ ਉਹ ਜੋ ਜ਼ਿੰਦਗੀ ਦੇ ਜ਼ਰੂਰੀ ਅੰਗ ਬਣ ਚੁੱਕੇ ਨੇ। ਪਰ ਇਸ ਅਧਿਆਇ ਵਿੱਚ ਮੌਜੂਦਾ ਸਮਾਜਿਕ ਸਾਧਨਾਂ ਨੂੰ ਨਹੀਂ, ਸਗੋਂ ਉਹਨਾਂ ਸਾਧਨਾਂ ਨੂੰ ਹੀ ਚੁਣਿਆ ਤੇ ਕਿਹਾ ਜਾ ਰਿਹਾ ਜੋ ਹੁਣ ਤੱਕ ਅਲੋਪ ਹੋ ਚੁੱਕੇ ਨੇ ਜਾਂ ਅਲੋਪ ਹੋਣ ਦੇ ਕਿਨਾਰੇ 'ਤੇ ਖੜ੍ਹੇ ਨੇ। ਉਹਨਾਂ ਦੇ ਅਲੋਪ ਹੋਣ ਦਾ ਕਾਰਨ ਸਿਰਫ ਇਹੀ ਹੈ ਕਿ ਉਹ ਹੋਣ ਵਾਲੇ ਸਮੇਂ ਦੇ ਹਾਣ ਦੇ ਨਾ ਰਹਿਣ ਕਾਰਨ ਪੁਰਾਣਾ ਮਾਡਲ ਬਣ ਚੁੱਕੇ ਨੇ ਅਤੇ ਉਹਨਾਂ ਦਾ ਹੁਣ ਅਤੇ ਮੌਜੂਦਾ ਸਮੇਂ ਦੇ ਹਾਣ ਵਾਲਾ ਆਧੁਨਿਕ ਬਦਲ ਤਿਆਰ ਹੋ ਕੇ ਹੱਥਾਂ ਵਿੱਚ ਆ ਕੇ ਵਰਤੋਂ ਵਿੱਚ ਆ ਚੁੱਕਿਆ ਹੈ, ਜਿਸ ਕਰਕੇ ਪੁਰਾਣੇ ਮਾਡਲ ਦੀ ਲੋੜ ਨਾ ਰਹਿਣ ਕਰਕੇ ਉਹਨਾਂ ਨੂੰ ਸਮਾਜ ਨੇ ਵਿਸਾਰ 'ਤੇ ਨਿਕਾਰ ਦਿੱਤਾ ਹੈ। ਇਸ ਕਰਕੇ ਅਲੋਪ ਹੋ ਗਿਆ ਹੈ ਜਾਂ ਹੋ ਰਿਹਾ ਹੈ। ਗੱਡਾ ਪੂਰੇ ਦਾ ਪੂਰਾ ਲੱਕੜੀ ਦਾ ਬਣਿਆ 2 ਪਹੀਆਂ ਵਾਲਾ ਇਹ ਸਾਧਨ ਪੁਰਾਣੇ ਸਮੇਂ ਭਾਰ ਨੂੰ ਚੁੱਕ ਕੇ ਢੋਣ ਤੇ ਪਸ਼ੂਆਂ ਦੀ ਸਰੀਰਕ ਸ਼ਕਤੀ ਨਾਲ ਖਿੱਚ ਕੇ ਲੈ ਜਾਣ ਵਾਲਾ ਸਾਧਨ ਹੁੰਦਾ ਸੀ ਅਤੇ ਆਪਣੇ ਸਮੇਂ ਦੇ ਹਿਸਾਬ ਨਾਲ ਇਹ ਸਾਰਿਆਂ ਸਾਧਨਾਂ ਵਿੱਚੋਂ ਮੁੱਖ ਸਾਧਨ ਹੁੰਦਾ ਸੀ। ਵੈਸੇ ਮਨੁੱਖ ਆਪਣੇ ਸਰੀਰ ਦੀ ਸਮਰੱਥਾ ਨਾਲ ਚੁੱਕ ਹੋਣ ਅਤੇ ਚੁੱਕ ਸਕਣ ਜੋਗਾ ਭਾਰ ਇੱਕ ਥਾਂ ਤੋਂ ਦੂਸਰੇ ਥਾਂ ਦੂਰ ਤੱਕ ਲੈ ਜਾਣ ਵਾਸਤੇ ਪੁਰਾਣੇ ਸਮੇਂ ਵਿੱਚ ਸਿਰ ਜਾਂ ਮੋਢਿਆਂ ਉੱਤੇ ਰੱਖ ਕੇ ਜਾਂ ਵਹਿੰਗੀ ਵਾਂਗ ਚੁੱਕ ਕੇ ਆਪ ਹੀ ਲੈ ਜਾਂਦਾ ਹੁੰਦਾ ਸੀ। ਉਸ ਤੋਂ ਜ਼ਿਆਦਾ ਭਾਰ 2 ਮਨੁੱਖ ਮਿਲ ਕੇ ਡੋਲੇ ਵਾਂਗੂ ਚੁੱਕ ਕੇ ਲੈ ਜਾਂਦੇ ਸਨ ਜਾਂ ਪਸ਼ੂਆਂ ਦੀ ਵਰਤੋਂ ਕਰ ਲੈਂਦੇ ਸਨ। ਭਾਰ ਢੋਣ ਵਾਸਤੇ ਜਿਵੇਂ ਖੋਤਾ, ਗਧਾ, ਘੋੜਾ, ਊਠ ਅਤੇ ਹਾਥੀਆਂ ਦੀ ਮਦਦ ਲਈ ਜਾਂਦੀ ਰਹੀ ਹੈ। ਜਿਵੇਂ ਕਹਿੰਦੇ ਨੇ ਨਾ, ਲੋੜ ਕਾਢ ਦੀ ਮਾਂ ਹੁੰਦੀ ਹੈ। ਪਹਿਲੋਂ 2 ਪਹੀਆ ਵਾਲਾ ਭਾਰ ਢੋਣ ਵਾਸਤੇ ਜੋ ਗੱਡਾ ਬਣਿਆ ਹੋਵੇਗਾ ਉਸ ਦਾ ਮਾਡਲ ਪਹਿਲੋਂ ਹੋਰ ਬਣਿਆ ਹੋਵੇਗਾ, ਫਿਰ ਬਦਲ ਕੇ ਆਖਰੀ ਮਾਡਲ ਦੇ ਰੂਪ ਵਿੱਚ ਆ ਗਿਆ ਹੋਵੇਗਾ ਜੋ ਅਲੋਪ ਹੋਣ ਵੇਲੇ 1975 ਤੋਂ 1985 ਈਸਵੀ ਤੱਕ ਰਿਹਾ ਸੀ। ਉਸ ਵੇਲੇ ਮਸ਼ੀਨਰੀ ਯੁੱਗ ਸ਼ੁਰੂ ਹੋ ਚੁੱਕਾ ਸੀ, ਜਿਸ ਕਰਕੇ ਹਰ ਘਰ ਜਾਂ ਹਰ ਕਿਸਾਨ ਕੋਲ ਟਰੈਕਟਰ ਆ ਚੁੱਕਾ ਸੀ ਜਾਂ ਆ ਰਿਹਾ ਸੀ। ਹਰ ਟਰੈਕਟਰ ਲਈ ਟਰਾਲੀ ਦਾ ਹੋਣਾ ਜ਼ਰੂਰੀ ਹੈ ਅਤੇ ਗੱਡਾ ਉਸ ਸਮੇਂ ਦੇ ਹਾਣ ਦਾ ਨਾ ਰਹਿਣ ਕਰਕੇ ਇਸ ਦਾ ਬਦਲਣਾ ਜ਼ਰੂਰੀ ਸੀ ਅਤੇ ਜਿਸ ਕਰਕੇ ਇਹ ਅਲੋਪ ਹੋਣਾ ਸ਼ੁਰੂ ਹੋ ਗਿਆ ਸੀ। ਗੱਡੇ ਦਾ ਇਤਿਹਾਸ। ਗੱਡੇ ਦੇ ਹੀ ਰੂਪ ਰੱਥ ਬਾਰੇ ਮਹਾਭਾਰਤ ਦੀ ਲੜਾਈ ਅਤੇ ਸ਼੍ਰੀ ਰਾਮ ਚੰਦਰ ਜੀ ਵੇਲੇ ਵੀ ਉਹਨਾਂ ਦੇ ਪਿਤਾ ਦਸ਼ਰਥ ਦਾ ਰੱਥ ਉੱਪਰ ਬੈਠੇ ਵੇਲੇ ਰੱਥ ਦੇ ਧੁਰੇ ਦੇ ਟੁੱਟਣ ਕਾਰਨ ਮਹਾਰਾਣੀ ਕੇਕਈ ਨੇ ਆਪਣੀ ਬਾਂਹ ਤੋਂ ਧੁਰੇ ਵਾਲਾ ਕੰਮ ਲਿਆ ਸੀ ਬਾਰੇ ਸੁਣਨ ਤੇ ਪੜ੍ਹਨ ਨੂੰ ਮਿਲਦਾ ਹੈ। ਇਸ ਨੂੰ ਹੋਂਦ ਵਿੱਚ ਲਿਆਉਣ ਵਾਲੇ ਵਿਗਿਆਨਕਾਂ ਯਾਨੀ ਮਿਸਤਰੀਆਂ ਨੇ ਇਹ ਜ਼ਰੂਰ ਖੋਜ ਕਰ ਲਈ ਹੋਵੇਗੀ ਕਿ ਗੱਡੇ ਦੇ ਤਾਂਗੇ ਵਰਗਾ ਇੱਕ ਚਪੱਟਾ ਬਣਾ ਕੇ ਅਤੇ ਜਿਸ ਉੱਪਰ ਜ਼ਿਆਦਾ ਭਾਰ ਰੱਖ ਕੇ ਅਤੇ ਉਸ ਦੇ ਹੇਠਾਂ ਭਾਰ ਚੁੱਕਣ ਅਤੇ ਅੱਗੇ ਤੋਰਨ ਵਾਸਤੇ ਗੋਲ ਪਹੀਏ ਲਾ ਕੇ ਅਤੇ ਪਸ਼ੂਆਂ ਜਿਵੇਂ ਘੋੜੇ, ਊਠਾਂ ਅਤੇ ਬਲਦਾਂ ਦੀ ਮਜ਼ਬੂਤ ਸਰੀਰਕ ਸ਼ਕਤੀ ਨਾਲ ਅੱਗੇ ਖਿੱਚਣ ਦੀ ਤਾਕਤ ਤੋਂ ਕੰਮ ਲੈ ਕੇ ਇੱਕ ਵਧੀਆ ਭਾਰ ਢੋਣ ਵਾਲਾ ਸਾਧਨ ਬਣਾਇਆ ਜਾ ਸਕਦਾ ਹੈ। ਹੋ ਸਕਦਾ ਹੈ ਪਹਿਲਾਂ ਬਣਿਆ ਸਾਧਨ ਭਾਵੇਂ ਪੂਰਾ ਠੀਕ ਕੰਮ ਨਾ ਦਿੰਦਾ ਹੋਵੇ, ਉਸ ਤੋਂ ਮਗਰੋਂ ਉਸ ਦੀਆਂ ਕਮਜ਼ੋਰੀਆਂ ਨੂੰ ਦੂਰ ਕਰਕੇ ਉਸ ਵਿੱਚ ਸੁਧਾਰ ਜੋ ਬਦਲਦਾ ਆਪਣੇ ਆਖਰੀ ਮਾਡਲ ਦੇ ਰੂਪ ਵਿੱਚ ਆ ਗਿਆ 1970 ਤੋਂ 1975 ਈਸਵੀ ਵੇਲੇ ਇਸ ਦੇ ਪਹੀਏ ਲੱਕੜੀ ਦੀ ਥਾਂ ਟਰੱਕਾਂ ਵਾਲੇ ਰਬੜ ਦੇ ਪਹੀਏ ਲੱਗਣ ਲੱਗ ਪਏ ਸਨ। ਟਰੈਕਟਰਾਂ ਦੀਆਂ ਟਰਾਲੀਆਂ ਦੇ ਹੋਂਦ ਵਿੱਚ ਆਉਣ ਕਾਰਨ ਇਹ ਥੋੜ੍ਹੇ ਭਾਰ ਵਾਲੇ ਹੁੰਦੇ ਸਨ। ਪਰਿਵਾਰਕ ਕੰਮਾਂ-ਕਾਰਾਂ ਜਿਵੇਂ ਥੋੜ੍ਹਾ ਕੁ ਭਾਰ ਲੈ ਜਾਣ ਅਤੇ ਪੱਠੇ ਤੱਥੇ ਨੂੰ ਲੈ ਕੇ ਆਉਣ ਵਾਸਤੇ ਕੰਮ ਆਉਣ ਲੱਗ ਪਿਆ ਸੀ, ਜੋ ਹੁਣ ਤੱਕ ਵੀ ਕਿਸੇ ਨਾ ਕਿਸੇ ਰੂਪ ਵਿੱਚ ਕਿਸਾਨਾਂ ਕੋਲ ਸੇਵਾ ਨਿਭਾ ਰਿਹਾ, ਕਿਉਂਕਿ ਹੁਣ ਤੱਕ ਵੀ ਇਸ ਦੀ ਲੋੜ ਖਤਮ ਨਹੀਂ ਹੋਈ। ਗੱਡੇ ਨੂੰ ਵਾਂਗਣਾ। ਮਸ਼ੀਨਰੀ ਦੇ ਇਸ ਯੁੱਗ ਵੇਲੇ ਜਿਵੇਂ ਤੇਜ਼ ਗਤੀ ਵਿੱਚ ਚੱਲ ਰਹੀ ਮਸ਼ੀਨਰੀ ਦੇ ਬੈਰਿੰਗ ਘਿਸ ਜਾਣ ਤੋਂ ਬਚਾਉਣ ਵਾਸਤੇ ਗਰੀਸ ਦਿੱਤਾ ਜਾਂਦਾ ਹੈ, ਇਸੇ ਤਰ੍ਹਾਂ ਪੁਰਾਣੇ ਸਮੇਂ ਵਿੱਚ ਗੱਡੇ ਦੇ ਲੱਕੜੀ ਦੇ ਬਣੇ ਪਹੀਆਂ ਨੂੰ ਘਿਸਣ ਤੋਂ ਬਚਾਉਣ ਵਾਸਤੇ ਤੇਲ ਜਾਂ ਸਾਬਣ ਲਾਉਣ ਨੂੰ ਗੱਡਾ ਵਾਂਗਣਾ ਕਿਹਾ ਜਾਂਦਾ ਹੁੰਦਾ ਸੀ। ਗੱਡੇ ਨੂੰ ਵਾਂਗਣ ਵਾਸਤੇ ਦੋਨੋਂ ਪਹੀਆਂ ਨੂੰ ਵਾਰੋ-ਵਾਰੀ ਗੱਡੇ ਤੋਂ ਵੱਖ ਕਰਕੇ ਉਸ ਦੇ ਲੋਹੇ ਵਾਲੇ ਧੁਰੇ ਦੇ ਉੱਪਰ ਸਣ ਦੀਆਂ ਲੱਟਾਂ ਨੂੰ ਗਰਮ ਕੀਤੇ ਹੋਏ ਸਾਬਣ ਨਾਲ ਲਪੇਟ ਕੇ ਧੁਰੇ ਦੇ ਉੱਪਰੋਂ ਅੱਗੇ ਅਤੇ ਹੇਠਾਂ ਤੋਂ ਪਿੱਛੇ ਵੱਲ ਲਪੇਟ ਕੇ ਉਸ ਤੋਂ ਮਗਰੋਂ ਥੋੜ੍ਹਾ ਜਿਹਾ ਹੋਰ ਸਾਬਣ ਉੱਪਰ
ਤੇ ਪਹੀਏ ਦੇ ਸੁਰਾਖ ਵਿੱਚ ਵੀ ਪਾ ਦਿੱਤਾ ਜਾਂਦਾ ਤੇ ਪਹੀਆ ਪਹਿਲੋਂ ਵਾਂਗੂ ਆਪਣੀ ਥਾਂ ਉੱਤੇ ਚੜ੍ਹ ਕੇ ਪਿੰਜਣੀ ਲਾ ਦਿੱਤੀ ਜਾਂਦੀ। ਪਹੀਏ ਨੂੰ ਉਤਾਰਨ ਤੋਂ ਪਹਿਲਾਂ ਉਤਾਰਨ ਵਾਲੇ ਪਹੀਏ ਦੇ ਗੱਡੇ ਦੇ ਪਾਸੇ ਨੂੰ ਥੋੜ੍ਹਾ ਉੱਪਰ ਚੁੱਕਿਆ ਜਾਂਦਾ ਤੇ ਗੱਡੇ ਦੇ ਹੇਠਾਂ ਕੋਈ ਆਸਰਾ ਜਾਣੀ ਜੈਕ ਖੜਾ ਕੀਤਾ ਜਾਂਦਾ। ਪਹੀਆ ਵਾਪਸ ਚੜ੍ਹਾਉਣ ਤੋਂ ਮਗਰੋਂ ਉਹ ਆਸਰਾ ਕੱਢ ਕੇ ਦੂਸਰੇ ਪਹੀਏ ਵੱਲ ਦੇ ਕੇ ਇਸੇ ਤਰ੍ਹਾਂ ਦੋਵੇਂ ਪਹੀਆਂ ਨੂੰ ਵਾਰੋ ਵਾਰੀ ਸਾਬਣ ਲਾ ਕੇ ਵਾਂਗ ਦਿੱਤਾ ਜਾਂਦਾ ਸੀ। ਗੱਡੀਆਂ ਤੇ ਰੇਹੜੀਆਂ। ਗੱਡੇ ਦੇ ਆਕਾਰ ਤੋਂ ਥੋੜ੍ਹੀਆਂ ਜੀਆਂ ਲੱਕੜੀ ਦੀਆਂ ਬਣੀਆਂ ਤੇ ਛੋਟੇ ਪਹੀਆਂ ਵਾਲੀਆਂ ਗੱਡੀਆਂ ਵੀ ਵਿਆਹ ਵਾਲੀਆਂ ਲਾੜੀਆਂ ਨੂੰ ਲਿਆਉਣ ਤੇ ਲੈ ਕੇ ਜਾਣ ਵਾਸਤੇ ਡੋਲੇ ਦੇ ਬਦਲ ਵਜੋਂ ਹੋਂਦ ਵਿੱਚ ਆ ਗਈਆਂ ਸਨ। ਪਰ ਮਸ਼ੀਨਰੀ ਯੁੱਗ ਆ ਜਾਣ ਕਰਕੇ ਸੁੰਦਰ ਕਾਰਾਂ ਦੇ ਹੋਂਦ ਵਿੱਚ ਆਉਣ ਕਰਕੇ ਸੇਵਾਕਾਰਾਂ ਨੇ ਗੱਡੀਆਂ ਕੋਲੋਂ ਖੋਹ ਲਈ। ਗੱਡੀਆਂ ਹੁਣ ਸਿਰਫ ਆਦੀਵਾਸੀ ਕਬੀਲਿਆਂ ਕੋਲ ਹੀ ਨਜ਼ਰ ਆਉਂਦੀਆਂ ਨੇ, ਜੋ ਇੱਕ ਪਿੰਡ ਤੋਂ ਦੂਸਰੇ ਪਿੰਡ ਜਾ ਕੇ ਲੋਹੇ ਦੇ ਕੜੌਲੇ ਜਾਂ ਬਾਲਟੀਆਂ ਦੇ ਥੱਲੇ ਲਾਉਂਦੇ ਜਾਂ ਲੋਹੇ ਦਾ ਹੋਰ ਕੰਮ ਕਰਦੇ ਨੇ। ਤਾਂਗਾ ਵੀ ਲੱਕੜੀ ਦੇ ਬਣੇ ਦੋ ਵੱਡੇ ਤੇ ਪਤਲੇ ਬਣੇ ਪਹੀਆਂ ਵਾਲਾ, ਸਿਰਫ ਪੱਕੇ ਰਾਹਾਂ ਜਾਂ ਸੜਕਾਂ ਉੱਪਰ ਘੋੜੇ ਦੀ ਸਰੀਰਕ ਸ਼ਕਤੀ ਨਾਲ ਖਿੱਚ ਕੇ ਲੈ ਜਾਣ ਵਾਲਾ ਤੇਜ਼ ਰਫ਼ਤਾਰੀ ਸਾਧਨ ਹੁੰਦਾ ਸੀ, ਜੋ ਸਵਾਰੀਆਂ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਲੈ ਜਾਂਦਾ ਹੁੰਦਾ ਸੀ। ਪਰ ਹੁਣ ਇਸ ਦਾ ਇਹ ਧੰਦਾ ਰਿਕਸ਼ੇ ਤੇ ਆਟੋ ਰਿਕਸ਼ਿਆਂ ਨੇ ਖੋਲ੍ਹਿਆ। ਫਿਰ ਵੀ ਤਾਂਗੇ ਦੀ ਹੋਂਦ ਪੂਰੀ ਤਰ੍ਹਾਂ ਖਤਮ ਨਹੀਂ ਹੋਈ, ਸਗੋਂ ਪਿੰਡਾਂ ਵਿੱਚ ਇਸ ਦੇ ਰੂਪ ਨੂੰ ਥੋੜ੍ਹਾ ਬਦਲ ਕੇ ਛੋਟਾ ਮੋਟਾ ਬਿਲਡਿੰਗ ਮਟੀਰੀਅਲ ਜਾਂ ਟੈਂਟਾਂ ਦੇ ਸਮਾਨ ਨੂੰ ਲੈ ਜਾਂਦਾ ਦੇਖਿਆ ਗਿਆ। ਇਸ ਦੇ ਵੱਡੇ ਲੱਕੜੀ ਦੇ ਪਹੀਏ ਬਦਲ ਕੇ ਹੁਣ ਰਬੜ ਦੇ ਪਹੀਏ ਲਗਵਾਏ ਜਾ ਚੁੱਕੇ ਨੇ। ਇਸ ਦੀ ਲੋੜ ਹੁਣ ਵੀ ਨਿਰੰਤਰ ਚੱਲ ਰਹੀ ਹੈ। ਬੱਗੀ, ਜਿਸ ਦਾ ਪੁਰਾਣਾ ਨਾਮ ਰੱਥ ਹੁੰਦਾ ਸੀ, ਦਾ ਬਾਦਸ਼ਾਹੀ ਰਾਜੇ ਮਹਾਰਾਜਿਆਂ ਦੇ ਸਮੇਂ ਕਾਫੀ ਮਹੱਤਵਪੂਰਨ ਸਥਾਨ ਹੁੰਦਾ ਸੀ। ਉਹ ਇਸ ਉੱਤੇ ਬੈਠ ਕੇ ਮਹੱਲਾਂ ਵਿੱਚੋਂ ਬਾਹਰ ਨਿਕਲਦੇ ਤੇ ਅੰਦਰ ਜਾਂਦੇ ਹੁੰਦੇ ਸਨ, ਜੋ ਘੋੜਿਆਂ ਦੀ ਖਿੱਚ ਸ਼ਕਤੀ ਦੀ ਮਦਦ ਨਾਲ ਚੱਲਦੀ ਸੀ। ਬੱਗੀ ਸੱਭਿਆਚਾਰ ਪੁਰਾਣਾ ਮਾਡਲ ਬਣ ਕੇ ਅਲੋਪ ਹੋਣਾ ਸ਼ੁਰੂ ਹੋ ਗਿਆ। ਹੁਣ ਸਿਰਫ ਇੱਕ ਸੁੰਦਰ ਬੱਗੀ ਨੂੰ ਭਾਰਤ ਦੇ ਰਾਸ਼ਟਰਪਤੀ ਭਵਨ ਵਿੱਚ ਪੁਰਾਣੀ ਨਿਸ਼ਾਨੀ ਵਜੋਂ ਹੀ ਸੰਭਾਲਿਆ ਗਿਆ ਹੈ। ਖਰਾਸ। 1960 ਤੋਂ 65 ਈਸਵੀ ਤੋਂ ਪਹਿਲੋਂ ਖਰਾਸ ਦਾਣਿਆਂ ਨੂੰ ਆਪਣੇ ਪੱਥਰ ਦੇ ਪੁੜਾਂ ਨਾਲ ਭੰਨ ਕੇ ਤੇ ਪੀਹ ਕੇ ਤੇ ਆਟਾ ਬਣਾਉਣ ਵਾਲਾ ਇੱਕ ਐਸਾ ਸਮਾਜਿਕ ਸਾਧਨ ਹੁੰਦਾ ਸੀ, ਜੋ ਪਸ਼ੂਆਂ ਦੀ ਖਿੱਚਣ ਸ਼ਕਤੀ ਨਾਲ ਖਿੱਚ ਕੇ ਹਲਟ ਵਾਂਗੂ ਦੋ ਬਲਦਾਂ ਜਾਂ ਇੱਕ ਊਂਠ ਦੀ ਮਦਦ ਨਾਲ ਘੜੀ ਦੀਆਂ ਸੂਈਆਂ ਦੇ ਉਲਟੇ ਰੁਖ ਗੋਲ ਤੇ ਦੋਹਰੀ ਜ਼ਮੀਨੀ ਪੈੜ ਉੱਪਰੋਂ ਦੀ ਖਿੱਚਿਆ ਜਾਂਦਾ ਸੀ। ਪਰ ਇਸ ਦੇ ਸਖਤ ਪੱਥਰ ਦੇ ਬਹੁਤ ਮਜ਼ਬੂਤ ਬਣੇ ਦੋ ਗੋਲ ਪੁੜਾਂ ਵਿੱਚੋਂ ਹੇਠਲਾ ਪੁੜਾ ਥੋੜ੍ਹਾ ਪਤਲਾ ਤੇ ਬੀੜਿਆ ਹੁੰਦਾ ਸੀ ਤੇ ਖੜਾ ਰਹਿੰਦਾ ਸੀ, ਤੇ ਇਸ ਪੁੜ ਵਿੱਚੋਂ ਦੀ ਹੇਠਾਂ ਤੋਂ ਉੱਪਰ ਵੱਲ ਨੂੰ ਲੰਗੇ ਲੋਹੇ ਦੇ ਧੁਰੇ ਉੱਪਰ ਟਿਕਾਇਆ ਹੋਣ ਕਰਕੇ ਦੂਸਰਾ ਉੱਪਰ ਵਾਲਾ ਪੁੜਾ ਗਰਾਰੀਆਂ ਦੇ ਹੇਰ ਫੇਰ ਕਰਕੇ ਹੇਠਲੇ ਪੁੜ ਦੇ ਉੱਪਰ ਹੀ ਘੜੀਆਂ ਦੀਆਂ ਸੂਈਆਂ ਦੇ ਸਿੱਧੇ ਰੁਖ ਘੁੰਮਦਾ ਹੋਣ ਕਰਕੇ ਦੋਨਾਂ ਪੁੜਾਂ ਦੀ ਆਪਸੀ ਟੱਕਰ ਬਣ ਜਾਂਦੀ ਸੀ। ਪੁੜਾਂ ਦੇ ਉੱਪਰ ਰੱਖੀ ਸਬੂਤੇ ਦਾਣਿਆਂ ਵਾਲੀ ਕੜਾਹੀ ਵਿੱਚੋਂ ਬਹੁਤ ਹਿਸਾਬ ਨਾਲ ਹੇਠਾਂ ਉਤਰਦੇ ਸਬੂਤ ਦਾਣੇ ਜਦੋਂ ਦੋਨੋਂ ਪੁੜਾਂ ਵਿੱਚੋਂ ਖੁੱਲ੍ਹੇ ਥਾਂ ਪਹੁੰਚਦੇ ਤਦ ਉਹ ਪੁੜਾਂ ਦੀ ਹੁੰਦੀ ਟੱਕਰ ਕਰਕੇ ਦਰੜੇ ਜਾਂਦੇ ਸਨ। ਉੱਪਰੋਂ ਹੋਰ ਆਰੇ ਦਾਣੇ ਆ ਕੇ ਉਹਨਾਂ ਦਰੜੇ ਹੋਏ ਟੁਕੜਿਆਂ ਨੂੰ ਅੱਗੇ ਤੱਕ ਕੇ ਪੁੜਾਂ ਦੀ ਤੰਗ ਥਾਂ 'ਤੇ ਭੇਜ ਦਿੰਦੇ, ਜਿੱਥੇ ਉਹ ਪੁੜਾਂ ਦੀ ਕੁੱਟਣ ਤੇ ਰਗੜ ਨਾਲ ਹੋਰ ਬਰੀਕ ਹੋ ਕੇ ਆਟੇ ਦਾ ਰੂਪ ਧਾਰਦੇ ਤੇ ਪੁੜਾਂ ਤੋਂ ਬਾਹਰ ਨਿਕਲ ਜਾਂਦੇ ਸਨ। ਤੇ ਪੁੜਾਂ ਦੇ ਚਾਰ ਚੁਫੇਰੇ ਬਣੇ ਗੋਲ ਆਕਾਰ, ਜਿਸ ਨੂੰ ਗੰਢ ਕਿਹਾ ਜਾਂਦਾ ਸੀ, ਜਿੱਥੋਂ ਇੱਕ ਰੱਖੇ ਹੋਏ ਰਾਹ ਰਾਹੀਂ ਬਣਿਆ ਹੋਇਆ ਆਟਾ ਬੋਰੀ ਜਾਂ ਕਿਸੇ ਭਾਂਡੇ ਯਾਨੀ ਪੀਪੇ ਵਿੱਚ ਪਾ ਲਿਆ ਜਾਂਦਾ। ਦਾਣਿਆਂ ਤੋਂ ਆਟਾ ਬਣਾਉਣ ਵਾਸਤੇ ਉਸ ਨੂੰ ਹੋਰ ਬਰੀਕ ਬਣਾਉਣ ਜਾਂ ਥੋੜ੍ਹਾ ਹੋਰ ਮੋਟਾ ਰੱਖਣ ਲਈ ਜਾਂ ਬਹੁਤ ਮੋਟਾ ਹੀ ਦਰੜ ਜਾਂ ਦਾਲ ਬਣਾਉਣ ਵਾਸਤੇ ਖਰਾਸ ਦੀ ਛੋਟੀ ਗਰਾਰੀ ਨੂੰ ਉੱਪਰ ਜਾਂ ਹੇਠਾਂ ਕਰਕੇ ਬਣਾਏ ਜਾਣ ਦੀ ਗੁੰਜਾਇਸ਼ ਵੀ ਹੁੰਦੀ ਸੀ। ਖਰਾਸ ਦੀ ਗਾਟੀ ਨੂੰ ਜਦੋਂ ਬਲਦ ਖਿੱਚ ਕੇ ਚਲਾਉਂਦੇ ਹੁੰਦੇ ਸਨ, ਤਦ ਗਾਟੀ ਦਾ ਲੋਹੇ ਵਾਲਾ ਤੁਰਾ ਆਪਣੇ ਹੇਠਲੀ ਵੱਡੀ ਗਰਾਰੀ ਨੂੰ ਵੀ ਨਾਲ ਹੀ ਘੁਮਾਉਂਦਾ, ਜਿਸ ਕਰਕੇ ਉਹ ਵੱਡੀਆਂ ਗਰਾਰੀਆਂ ਪੁੜਾਂ ਵਾਲੀ ਤੇ ਹੇਠਲੀ ਤੇ ਛੋਟੀ ਗਰਾਰੀ ਨੂੰ ਬਹੁਤ ਤੇਜ਼ ਘੁਮਾ ਦਿੰਦੀ ਸੀ। ਉੱਪਰ ਵਾਲਾ ਪੁੜ ਵੀ ਬਹੁਤ ਤੇਜ਼ ਗਤੀ ਘੁੰਮਦਾ ਹੁੰਦਾ ਸੀ, ਜਿਸ ਕਰਕੇ ਉੱਪਰ ਵਾਲਾ ਪੁੜ ਆਪਣੇ ਹੇਠਲੇ ਪੁੜ ਦੀ ਮਦਦ ਨਾਲ ਸਬੂਤੇ ਦਾਣਿਆਂ ਨੂੰ ਭੰਨ ਕੇ ਦਲੀਆ ਤੇ ਦਲੀਏ ਤੋਂ ਆਟਾ ਬਣਾ ਦਿੰਦਾ ਸੀ। ਖਰਾਸ ਦਾ ਮਾਡਲ ਪਹਿਲੇ ਖੂਹ ਹਲਟ ਵਾਂਗੂ ਇੱਟਾਂ ਦੇ ਦੋ ਚੰਨੇ ਪੈੜ ਦੇ ਦੋਹੇ ਪਾਸੇ ਬਣਾ ਕੇ ਉੱਪਰ ਸੁੱਕੇ ਰੁੱਖ ਦੀ ਲੰਬੀ ਕਾਂਝਣ ਰੱਖੀ ਹੁੰਦੀ, ਪਰ ਮਗਰੋਂ ਇਸ ਦਾ ਵੀ ਇਹ ਮਾਡਲ ਹਲਟ ਵਰਗਾ ਬਣਾ ਦਿੱਤਾ ਗਿਆ ਸੀ। ਇਸ ਤੋਂ ਮਗਰੋਂ ਮਸ਼ੀਨਰੀ ਯੁੱਗ ਆ ਜਾਣ ਕਰਕੇ ਇਸ ਦੇ ਪੁੜਾਂ ਨੂੰ ਛੱਤਾਂ ਹੇਠਾਂ ਕਰਕੇ ਡੀਜ਼ਲ ਇੰਜਨ ਨਾਲ ਚਲਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ, ਜੋ ਹੁਣ ਬਿਜਲੀ ਦੀ ਪਾਵਰ ਨਾਲ ਚੱਲਦੀ ਮੋਟਰ ਨਾਲ ਹੁਣ ਵੀ ਚਾਲੂ ਹੈ। ਬਹੁਤ ਸਾਰੇ ਉਦਮੀਆਂ ਨੇ ਪੁੜਾਂ ਨੂੰ ਗੱਡੇ ਵਾਲੇ ਤਾਂਗੇ ਵਰਗੀ ਰੇਹੜੀ ਜਿਹੀ ਬਣਵਾ ਕੇ ਇਸ ਦੇ ਹੇਠਾਂ ਰਬੜ ਦੇ ਦੋ ਪਹੀਏ ਫਿੱਟ ਕਰਵਾ ਕੇ ਤੇ ਟਰੈਕਟਰ ਦੀ ਲੰਬੀ ਸ਼ਾਫਟ ਨਾਲ ਜੋੜ ਕੇ ਪੁੜਾਂ ਨੂੰ ਘੁਮਾ ਕੇ
ਪਿੰਡ ਪਿੰਡ ਜਾ ਕੇ ਹਰ ਘਰ ਦੇ ਅੱਗੇ ਖੜੇ ਹੋ ਕੇ ਮੋਬਾਈਲ ਯਾਨੀ ਚਲਦੀ ਫਿਰਦੀ ਚੱਕੀ ਬਣਾ ਕੇ ਕੰਮ ਨੂੰ ਹੋਰ ਸੌਖਾ ਕਰ ਦਿੱਤਾ ਹੈ। 1935 ਤੋਂ 1940 ਈਸਵੀ ਵੇਲੇ ਇਹਨਾਂ ਪੁੜਾਂ ਨੂੰ ਭਾਫ ਨਾਲ ਚੱਲਦੇ ਇੰਜਨਾਂ ਦੀ ਮਦਦ ਨਾਲ ਘੁਮਾ ਕੇ ਵੀ ਕੰਮ ਲਿਆ ਜਾਂਦਾ ਰਿਹਾ ਸੀ। ਜੇ ਹੋਰ ਗੌਰ ਨਾਲ ਸੋਚਿਆ ਤੇ ਵਿਚਾਰਿਆ ਜਾਵੇ ਤਾਂ ਉਸ ਵੇਲੇ ਦੇ ਮਿਸਤਰੀਆਂ ਤੇ ਵਿਗਿਆਨਕਾਂ ਨੇ ਸਾਨੂੰ ਮੌਜੂਦਾ ਤਰੱਕੀ ਵਾਲੀ ਲੀਹ ਉੱਤੇ ਤੁਰਨ ਵਿੱਚ ਮਦਦ ਕੀਤੀ ਹੈ। ਖਰਾਸ ਦੀ ਵਾਰੀ ਰੋਕਣ ਵਾਸਤੇ ਕਿਸਾਨ ਆਪਣੀ ਪੰਜਾਲੀ ਖਰਾਸ ਦੇ ਨੇੜੇ ਰੱਖ ਦਿੰਦੇ ਸਨ ਤੇ ਵਾਰੀ ਆਈ ਤੋਂ ਖਰਾਸ ਤੋਂ ਕਣਕ ਦਾ ਆਟਾ ਬਣਾ ਕੇ ਘਰ ਲਿਆਉਣ ਲੱਗਿਆਂ ਕੁਝ ਆਟਾ ਖਰਾਸ ਦੇ ਮਾਲਕ ਨੂੰ ਭਾੜੇ ਦੇ ਤੌਰ ਤੇ ਦੇ ਆਉਂਦੇ ਹੁੰਦੇ ਸਨ, ਪਰ ਇੰਜਨਾਂ ਵਾਲੇ ਭਾੜਾ ਨਗਦ ਪੈਸੇ ਦੇ ਰੂਪ ਵਿੱਚ ਲੈਂਦੇ ਹਨ। ਘਰਾਟ ਇਹ ਸਾਧਨ ਵੀ ਦਾਣਿਆਂ ਤੋਂ ਆਟਾ ਬਣਾਉਣ ਵਾਸਤੇ ਪਸ਼ੂਆਂ ਦੀ ਖਿੱਚਣ ਸ਼ਕਤੀ ਨਾਲ ਨਹੀਂ, ਸਗੋਂ ਵਗਦੇ ਪਾਣੀ ਨੂੰ ਉੱਚੀ ਥਾਂ ਤੋਂ ਨੀਵੀਂ ਥਾਂ ਵੱਲ ਸੁੱਟ ਕੇ ਪਾਣੀ ਦੇ ਹੇਠਾਂ ਵੱਲ ਡਿੱਗਣ ਨਾਲ ਜੋ ਡਿੱਗਣ ਸ਼ਕਤੀ ਬਣਦੀ ਉਸ ਤੋਂ ਲਾਭ ਲਿਆ ਜਾਂਦਾ ਹੈ। ਇਹ ਕੰਮ ਹਮੇਸ਼ਾ ਹੀ ਪਾਣੀ ਵਗਣ ਵਾਲੇ ਛੋਟੇ ਦਰਿਆ, ਨਦੀ, ਨਾਲਾ ਜਾਂ ਨਹਿਰ ਦੇ ਆਸ-ਪਾਸ ਨੇੜੇ ਹੀ ਕਿਸੇ ਕੰਢੇ ਹੁੰਦਾ ਹੈ ਤੇ ਇਹ ਸਾਧਨ ਬਣਾਉਣ ਵਾਸਤੇ ਵਗਦੇ ਪਾਣੀ ਨੂੰ ਉੱਚੀ ਥਾਂ ਉੱਤੇ ਬੰਨ੍ਹ ਕੇ ਅਗਲੇ ਪਾਸੇ ਨੀਵੀਂ ਥਾਂ ਵੱਲ ਸੁੱਟ ਕੇ ਡਿੱਗਦੇ ਪਾਣੀ ਵਿੱਚ ਲੋਹੇ ਦੀ ਇੱਕ ਲੰਬੀ ਲੱਠ ਯਾਨੀ ਸ਼ਾਫਟ ਬੀੜ ਕੇ ਉਸ ਨਾਲ ਕੁਝ ਪੱਖੇ ਫਿੱਟ ਕੀਤੇ ਜਾਂਦੇ ਹਨ ਜੋ ਪਾਣੀ ਦੀ ਡਿੱਗਣ ਸ਼ਕਤੀ ਨਾਲ ਬਣਦੇ ਭਾਰ ਨਾਲ ਆਪ ਹੇਠਾਂ ਵੱਲ ਵਾਰੋ ਵਾਰੀ ਜਾਂਦੇ ਹੋਏ ਸ਼ਾਫਟ ਨੂੰ ਵੀ ਨਾਲ ਘੁਮਾਈ ਜਾਂਦੇ ਹਨ, ਜਿਸ ਸ਼ਾਫਟ ਦੇ ਅਗਲੇ ਸਿਰੇ ਉੱਤੇ ਇੱਕ ਗਰਾਰੀ ਲੱਗੀ ਹੋਈ ਹੁੰਦੀ ਹੈ। ਉਹ ਵੀ ਸ਼ਾਫਟ ਦੇ ਨਾਲ ਹੀ ਨੇੜੇ ਬਣੇ ਕਮਰੇ ਵਿੱਚ ਖਰਾਸ ਦੀ ਤਰਜ਼ ਤੇ ਹੇਠਾਂ ਉੱਪਰ ਪੁੜ ਹੁੰਦੇ ਹਨ, ਜਿਨ੍ਹਾਂ ਦੇ ਹੇਠਾਂ ਛੋਟੀ ਗਰਾਰੀ ਫਿੱਟ ਹੁੰਦੀ ਹੈ। ਇਹ ਗਰਾਰੀ ਸ਼ਾਫਟ ਵਾਲੀ ਗਰਾਰੀ ਦੀ ਮਦਦ ਨਾਲ ਘੁੰਮਦੀ ਹੈ ਤਾਂ ਖਰਾਸ ਵਾਂਗੂ ਹੀ ਉੱਪਰ ਵਾਲਾ ਪੁੜ ਗਰਾਰੀ ਦੇ ਧੁਰੇ ਨਾਲ ਘੁੰਮ ਪੈਂਦਾ ਹੈ। ਇਸ ਤੋਂ ਅਗਲੀ ਸਾਰੀ ਕਾਰਵਾਈ ਖਰਾਸ ਵਾਲੀ ਹੀ ਹੁੰਦੀ ਹੈ। ਫਰਕ ਸਿਰਫ ਇਹ ਹੈ ਕਿ ਖਰਾਸ ਜਦੋਂ ਚਾਹੋ ਪਸ਼ੂਆਂ ਦੀ ਖਿੱਚਣ ਸ਼ਕਤੀ ਨਾਲ ਚਲਾਇਆ ਜਾ ਸਕਦਾ ਹੈ, ਪਰ ਘਰਾਟ ਚਲਾਉਣ ਵਾਸਤੇ ਲੋੜੀਂਦੇ ਵਗਦੇ ਪਾਣੀ ਦੀ ਲੋੜ ਪੈਂਦੀ ਹੈ, ਜਿਸ ਨਾਲ ਘਰਾਟ ਨੂੰ ਚਲਾਉਣ ਯੋਗ ਪਾਣੀ ਦੀ ਡਿੱਗਣ ਸ਼ਕਤੀ ਬਣ ਜਾਂਦੀ ਹੋਵੇ। ਹੁਣ ਤਾਂ ਇਹ ਸਾਧਨ ਅਲੋਪ ਹੀ ਹੋ ਗਿਆ। ਘਰਾਟ ਚੱਲਣ ਦੀ ਸਾਰੀ ਨਿਰਭਰਤਾ ਵਗਦੇ ਪਾਣੀ ਦੀ ਰਫ਼ਤਾਰ, ਮਿਕਦਾਰ ਤੇ ਬਣੇ ਨਿਮਾਣ ਦੀ ਬਣਦੀ ਡਿੱਗਣ ਸ਼ਕਤੀ ਉੱਪਰ ਨਿਰਭਰ ਹੁੰਦੀ ਹੈ। ਘਰੇਲੂ ਸਾਧਨ ਚੱਕੀ। ਘਰੇਲੂ ਚੱਕੀ ਇੱਕ ਛੋਟਾ ਜਿਹਾ ਸਾਧਨ ਸੀ ਜੋ ਬਹੁਤ ਸਖਤ ਪੱਥਰ ਦੇ ਗੋਲ ਤੇ ਛੋਟੇ-ਛੋਟੇ ਦੋ ਪੁੜਾਂ ਵਾਲਾ ਘਰੇਲੂ ਖਰਾਸੀ ਹੁੰਦੀ ਸੀ, ਜੋ ਪਰਿਵਾਰਕ ਆਟੇ ਦੀਆਂ ਲੋੜਾਂ ਹੱਥਾਂ ਨਾਲ ਚਲਾ ਕੇ ਪੂਰੀਆਂ ਕਰ ਦਿੰਦੀ ਸੀ। ਇਹ ਘਰੇਲੂ ਸਾਧਨ ਭਾਰ ਵਿੱਚ ਹਲਕੀ ਹੋਣ ਕਰਕੇ ਇੱਕ ਥਾਂ ਤੋਂ ਚੁੱਕ ਕੇ ਦੂਸਰੀ ਥਾਂ ਸੌਖਿਆਂ ਹੀ ਰੱਖੀ ਜਾ ਸਕਦੀ ਸੀ, ਇਸ ਕਰਕੇ ਇਸ ਦਾ ਨਾਂ ਚੱਕੀ ਰੱਖਿਆ ਗਿਆ ਹੋਵੇਗਾ। ਇਸ ਦੇ ਉੱਪਰ ਵਾਲੇ ਪੁੜ ਨਾਲ ਲੱਕੜੀ ਦੀ ਹੱਥੀ ਲੱਗੀ ਹੁੰਦੀ। ਇਹ ਉਸੇ ਹੱਥੀ ਨੂੰ ਹੱਥ ਨਾਲ ਘੁਮਾ ਕੇ ਉੱਪਰੋਂ ਪਾਏ ਹੋਏ ਸਬੂਤੇ ਦਾਣਿਆਂ ਨੂੰ ਪੀ ਕੇ ਆਟਾ ਬਣਾ ਦਿੰਦੀ ਹੁੰਦੀ। ਇਸ ਦਾ ਆਕਾਰ ਛੋਟਾ ਹੋਣ ਕਰਕੇ ਇਸ ਦਾ ਦਾਣਿਆਂ ਵਾਲਾ ਗਲਾ ਵੀ ਇੱਕ ਮੁੱਠੀ ਨਾਲ ਥੋੜ੍ਹਾ ਜਿਹਾ ਪਾਇਆ ਜਾਂਦਾ ਸੀ, ਜਿਸ ਦੀ ਬਾਕੀ ਕਾਰਵਾਈ ਖਰਾਸ ਵਾਂਗੂ ਹੀ ਹੁੰਦੀ ਸੀ। ਇਸ ਨੂੰ ਇੱਕ ਘਰੇਲੂ ਔਰਤ ਆਸਾਨੀ ਨਾਲ ਚਲਾ ਲੈਂਦੀ ਸੀ ਤੇ ਆਟੇ ਦੀ ਘਰੇਲੂ ਲੋੜ ਪੂਰੀ ਕਰ ਲੈਂਦੀ ਸੀ। ਉਹਨਾਂ ਪੁਰਾਣੇ ਦਿਨਾਂ ਵਾਲੇ ਜ਼ਮਾਨੇ ਵੇਲੇ ਖੇਤੀ ਕਰਨ ਵਾਲੇ ਕਿਸਾਨ ਤਾਂ ਆਪਣੇ ਪਸ਼ੂਆਂ ਦੀ ਮਦਦ ਨਾਲ ਖਰਾਸ ਰਾਹੀਂ ਦਾਣਿਆਂ ਤੋਂ ਆਟਾ ਬਣਵਾ ਲੈਂਦੇ ਸਨ, ਪਰ ਉਸ ਵੇਲੇ ਚੱਕੀ ਲਗਭਗ ਸਾਰਿਆਂ ਘਰਾਂ ਵਿੱਚ ਜ਼ਰੂਰੀ ਹੁੰਦੀ ਸੀ ਤਾਂ ਕਿ ਛੋਟਾ-ਮੋਟਾ ਕੰਮ ਘਰ ਵਿੱਚ ਹੀ ਚੱਕੀ ਨਾਲ ਕੀਤਾ ਜਾ ਸਕੇ। ਖੇਤੀ ਨਾ ਕਰਨ ਵਾਲੇ ਘਰਾਂ ਦੀਆਂ ਔਰਤਾਂ ਦਿਨ ਵੇਲੇ ਧੁੱਪ ਵਿੱਚ ਪੀਸਣ ਵਾਲੇ ਦਾਣੇ ਰੱਖ ਕੇ ਸੁਕਾ ਕੇ ਤੇ ਛੱਜ ਦੀ ਮਦਦ ਨਾਲ ਛੱਡ ਕੇ ਕਿਸੇ ਪੀਪੇ ਵਿੱਚ ਪਾ ਲੈਂਦੀਆਂ ਸਨ ਤੇ ਉਹ ਪੀਪਾ ਚੱਕੀ ਦੇ ਕੋਲ ਦਿਨਾਂ ਵੇਲੇ ਸ਼ਾਮ ਹੋਈ ਤੋਂ ਹੀ ਰੱਖ ਦਿੰਦੀਆਂ ਹੁੰਦੀਆਂ ਸਨ ਤਾਂ ਕਿ ਤੜਕੇ ਉੱਠ ਕੇ ਚੱਕੀ ਦੀ ਮਦਦ ਨਾਲ ਸਵੇਰ ਹੋਣ ਤੋਂ ਪਹਿਲਾਂ ਹੀ ਆਟਾ ਬਣਾਉਣ ਦਾ ਕੰਮ ਨਿਬੇੜ ਲਿਆ ਜਾਵੇ। ਚੱਕੀ ਕਮਰੇ ਦੇ ਕਿਸੇ ਖੂੰਜੇ ਵਿੱਚ ਰੱਖੀ ਹੁੰਦੀ ਸੀ। ਔਰਤਾਂ ਤੜਕੇ ਉੱਠ ਕੇ ਪਹਿਲਾਂ ਕਿਸੇ ਕੱਪੜੇ ਨਾਲ ਅਥਵਾ ਪਰੋਲੇ ਨਾਲ ਚੱਕੀ ਨੂੰ ਸਾਫ਼ ਕਰਦੀਆਂ ਤੇ ਉਸ ਤੋਂ ਮਗਰੋਂ ਇੱਕ ਹੱਥ ਦੀ ਮੁੱਠੀ ਨਾਲ ਪੀਪੇ ਵਿੱਚ ਦਾਣੇ ਲੈ ਕੇ ਉੱਪਰਲੇ ਪੁੜ ਦੀ ਕੀਲੀ ਕੋਲ ਪਹਿਲਾ ਗਲਾ ਪਾ ਕੇ ਦੂਸਰੇ ਹੱਥ ਨਾਲ ਚੱਕੀ ਨੂੰ ਘੁਮਾਉਣਾ ਸ਼ੁਰੂ ਕਰ ਦਿੰਦੀਆਂ ਸਨ, ਜਿਸ ਤੋਂ ਆਟਾ ਬਣ ਕੇ ਚੱਕੀ ਦੇ ਗੰਢ ਵਿੱਚ ਡਿੱਗਦਾ ਰਹਿੰਦਾ ਸੀ। ਔਰਤਾਂ ਉਸ ਇੱਕੋ ਵੇਲੇ ਕਈ ਕੰਮ ਇਕੱਠਾ ਹੀ ਕਰਦੀਆਂ ਰਹਿੰਦੀਆਂ ਸਨ, ਜਿਵੇਂ ਚੱਕੀ ਵੀ ਇੱਕ ਹੱਥ ਨਾਲ ਗੇੜੀ ਜਾਣੀ, ਦੂਸਰੇ ਹੱਥ ਨਾਲ ਦਾਣਿਆਂ ਦਾ ਗਲਾ ਮੁੱਠੀ ਨਾਲ ਪਾਉਣਾ ਤੇ ਪੀਠੇ ਜਾ ਰਹੇ ਆਟੇ ਦੀ ਗੁਣਵੱਤਾ ਬਰੀਕ ਹੈ ਜਾਂ ਮੋਟਾ ਦੇਖਣਾ ਤੇ ਗਲਾ ਘੱਟ ਜਾਂ ਵੱਧ ਕਰਕੇ ਉਸ ਨੂੰ ਠੀਕ ਕਰਨਾ, ਪੱਟਾਂ ਵਿੱਚ ਪਾਇਆ ਹੋਇਆ ਆਪਣੇ ਬੱਚੇ ਰੋਏ ਨੂੰ ਵੀ ਚੁੱਪ ਕਰਾਉਣਾ ਅਤੇ ਨਾਲ ਸਵੇਰ ਵੇਲੇ ਵਾਲਾ ਨਿਤਨੇਮ ਗੁਰਬਾਣੀ ਜਾਂ ਸ਼ਬਦ ਵਾਹਿਗੁਰੂ ਬੋਲਣਾ ਕਰਨਾ ਅਤੇ ਜਾਂ ਕੋਈ ਮਿੱਠਾ ਜਿਹਾ ਗੀਤ ਗੁਣਗੁਣਾ ਗਾ ਕੇ ਸਵੇਰ ਦੇ ਵੇਲੇ ਨੂੰ ਮਿਠਾਸ ਭਰ ਕੇ ਹੋਰ ਸੰਵਾਰਨਾ ਹੁੰਦਾ ਸੀ। ਉਸ ਵੇਲੇ ਘਰੇਲੂ ਔਰਤਾਂ ਆਪਣੇ ਧਿਆਨ ਨੂੰ ਬਹੁਪੱਖੀ ਬਣਾਉਣ ਦਾ ਸਬੂਤ ਦਿੰਦੀਆਂ ਹੁੰਦੀਆਂ ਸਨ। ਉਹਨਾਂ ਵੇਲਿਆਂ ਸਮੇਂ ਚੱਕੀ, ਚਰਖਾ ਜਾਂ ਮਧਾਣੀ ਵਿੱਚੋਂ ਇੱਕ ਹੀ ਸਾਧਨ ਦੀ ਕੂਕਰ ਜਾਂ ਮਿੱਠੀ ਆਵਾਜ਼ ਗੂੰਜ ਨਾਲ ਜਦੋਂ ਔਰਤ ਦੇ ਗੀਤ
ਜੋ ਨਾਲ ਮੱਧਮ ਆਵਾਜ਼ ਵਿੱਚ ਬੋਲਦੀ ਹੁੰਦੀ ਸੀ ਦੇ ਬਣੇ ਤਾਲਮੇਲ ਨਾਲ ਇੱਕ ਸੁਰ ਵਿੱਚ ਹੋ ਕੇ ਇਵੇਂ ਲੱਗਦਾ ਹੁੰਦਾ ਸੀ ਜਿਵੇਂ ਅਸੀਂ ਕਿਸੇ ਜੰਨਤ ਦੇ ਵਾਸੀ ਹੁੰਦੇ ਹਾਂ। ਸਵੇਰ ਹੋਣ ਤੋਂ ਪਹਿਲਾਂ ਹੀ ਦਾਣੇ ਪੀ ਤੇ ਆਟਾ ਬਣਾ ਕੇ ਬੀਬੀਆਂ ਆਟੇ ਨੂੰ ਸਾਰੇ ਚੱਕੀ ਦੇ ਗੰਢ ਵਿੱਚੋਂ ਪਰੋਲੇ ਨਾਲ ਰੱਖੀ ਹੋਈ ਮੋਰੀ ਰਾਹੀਂ ਬਾਹਰ ਕੱਢ ਕੇ ਆਟਾ ਪੀਪੇ ਵਿੱਚ ਪਾ ਕੇ ਚੱਕੀ ਨੂੰ ਸਾਫ਼ ਕਰਕੇ ਢੱਕ ਦਿੰਦੀਆਂ ਸਨ ਤੇ ਆਪਣੇ ਅਗਲੇ ਕਰਨ ਵਾਲੇ ਰੋਜ਼ਾਨਾ ਕੰਮਾਂ ਨੂੰ ਕਰਨ ਵਾਸਤੇ ਜੁਟ ਪੈਂਦੀਆਂ ਸਨ। ਉਹ ਦਿਨ ਵੇਲੇ ਕੀਤੇ ਕੰਮ ਨੂੰ ਸਹੁਰੇ ਘਰ ਵਾਲਾ ਕੰਮ ਭਾਵ ਘਰ ਵਿੱਚ ਕੀਤਾ ਕੰਮ ਤੇ ਰਾਤ ਜਾਂ ਤੜਕੇ ਵੇਲੇ ਕੀਤੇ ਕੰਮ ਨੂੰ ਮੁਫਤ ਵਿੱਚ ਕੀਤਾ ਕੰਮ ਭਾਵ ਪੇਕਿਆਂ ਤੋਂ ਕੀਤਾ ਕਰਾਇਆ ਲਿਆਈ ਹਾਂ ਕਹਿੰਦੀਆਂ ਹੁੰਦੀਆਂ ਸਨ। ਘਰੇਲੂ ਸਵਾਣੀਆਂ ਦੇ ਇੱਕ ਇਹੋ ਜਿਹੇ ਸੁੰਦਰ ਤੇ ਅਜੀਬ ਕੰਮ ਹੁੰਦੇ ਸਨ। ਰਾਤ ਜਾਂ ਤੜਕੇ ਕੀਤੇ ਕੰਮ ਨਾਲ ਉਹਨਾਂ ਦੇ 3 ਕੰਮ ਸੰਵਾਰ ਹੁੰਦੇ ਸਨ। ਪਹਿਲਾ ਪੂਰਾ ਦਿਨ, ਫਿਰ ਕੰਮ ਨਿਬੇੜਨਾ, ਸਮੇਂ ਦੀ ਬੱਚਤ ਤੇ ਤੰਦਰੁਸਤੀ ਵਾਸਤੇ ਲੋੜੀਂਦੀ ਕਸਰਤ। ਪੱਥਰਾਂ ਦੇ ਪੁੜਾਂ ਨੂੰ ਰਹਾਉਣਾ, ਦਾਣਿਆਂ ਨੂੰ ਰਗੜ ਕੇ ਤੇ ਫਿਰ ਆਟਾ ਬਣਾਉਣ ਵਾਲੇ ਪੱਥਰ ਦੇ 2 ਗੋਲ ਪੁੜ ਭਾਵੇਂ ਖਰਾਸ ਘਰਾਟ ਜਾਂ ਚੱਕੀ ਦੇ ਹੋਣ, ਉਹ ਉਤਨੀ ਦੇਰ ਤੱਕ ਪੂਰਾ ਕੰਮ ਨਹੀਂ ਕਰ ਸਕਦੇ ਜਿਤਨੀ ਦੇਰ ਤੱਕ ਉਹਨਾਂ ਦੇ ਆਪਸੀ ਮਿਲਣ ਵਾਲੇ ਪਾਸਿਆਂ ਨੂੰ ਰਾਹਿਆ ਨਹੀਂ ਸੀ ਜਾਂਦਾ। ਭਾਵੇਂ ਉਹ ਭਾਰ ਪੱਖੋਂ ਭਾਰੇ ਤੇ ਸਖਤ ਪੱਥਰ ਦੇ ਪੁੜ ਹੁੰਦੇ ਸਨ। ਉਹ ਕੰਮ ਤਾਂ ਜ਼ਰੂਰ ਕਰਨਗੇ ਪਰ ਕੰਮ ਦੀ ਰਫ਼ਤਾਰ ਬਹੁਤ ਘਟ ਜਾਵੇਗੀ ਤੇ ਕੰਮ ਦੀ ਰਫ਼ਤਾਰ ਨੂੰ ਤੇਜ਼ ਕਰਨ ਵਾਸਤੇ ਉਹਨਾਂ ਨੂੰ ਰਹਾਉਣਾ ਜ਼ਰੂਰੀ ਹੁੰਦਾ ਸੀ। ਪੁੜਾਂ ਨੂੰ ਰਹਾਉਣਾ ਦਾ ਅਰਥ ਹੁੰਦਾ ਹੈ ਕਿ ਦੋਨੋਂ ਪੁੜਾਂ ਦੇ ਅੰਦਰਲੇ ਤੇ ਮਿਲਣ ਵਾਲੇ ਸਾਫ਼ ਪਾਸਿਆਂ ਨੂੰ ਸਖਤ ਲੋਹੇ ਦੀ ਬਣੀ ਹੋਈ ਤੇਸੀ ਹਥੌੜੀ ਦੀ ਤੇਜ਼ ਧਾਰ ਵਾਲੀ ਨੋਕ ਨਾਲ ਐਸਾ ਰੂਪ ਦੇਣਾ ਜਿਸ ਨਾਲ ਉਹਨਾਂ ਦੀ ਆਪਸੀ ਰਗੜ ਹੋਰ ਵੱਧ ਸਕੇ ਤੇ ਕੰਮ ਦੀ ਰਫ਼ਤਾਰ ਹੋਰ ਤੇਜ਼ ਕੀਤੀ ਜਾ ਸਕੇ। ਇਹ ਕੰਮ ਬਹੁਤ ਟੈਕਨੀਕ ਵਾਲਾ ਹੋਣ ਕਰਕੇ ਸਾਰੇ ਮਿਸਤਰੀ ਇਸ ਨੂੰ ਨਹੀਂ ਕਰ ਸਕਦੇ। ਇਹ ਕੰਮ ਸਾਫ਼ ਪੱਥਰ ਉੱਤੇ ਸੀ ਮਾਰ ਕੇ ਤਰਤੀਬਵਾਰ ਲੰਬੀਆਂ ਝਰੀਆਂ ਬਣਾਉਣੀਆਂ ਹੁੰਦੀਆਂ ਹਨ। ਦੋਨੋਂ ਪੁੜਾਂ ਦੀਆਂ ਇਹ ਉੱਚੀਆਂ ਨੀਵੀਆਂ ਝਰੀਆਂ ਉੱਪਰ ਵਾਲੇ ਪੁੜ ਦੇ ਘੁੰਮਣ ਵੇਲੇ ਆਪਸ ਵਿੱਚ ਟਕਰਾ ਕੇ ਸਬੂਤੇ ਦਾਣਿਆਂ ਨੂੰ ਜਲਦੀ ਭੰਨ ਦਰੜ ਤੇ ਪੀ ਕੇ ਜਲਦੀ ਬਰੀਕ ਕਰਕੇ ਆਟੇ ਦਾ ਰੂਪ ਦੇ ਦਿੰਦੀਆਂ ਹਨ, ਜਿਸ ਨਾਲ ਕੰਮ ਦੀ ਰਫ਼ਤਾਰ ਹੋਰ ਵੱਧ ਜਾਂਦੀ ਹੁੰਦੀ ਸੀ। ਦੋਵੇਂ ਪੁੜਾਂ ਨੂੰ ਰਹਾਉਣ ਵਾਸਤੇ ਉੱਪਰ ਵਾਲੇ ਪੁੜ ਨੂੰ ਉਤਾਰ ਕੇ ਪੁੱਠਾ ਰੱਖ ਕੇ ਦੋਨੋਂ ਪੁੜਾਂ ਦੇ ਅੰਦਰਲੇ ਪਾਸਿਆਂ ਨੂੰ ਚੰਗੀ ਤਰ੍ਹਾਂ ਰੱਖ ਕੇ ਫਿਰ ਪਹਿਲਾਂ ਵਾਂਗੂ ਹੀ ਰਿਹਾ ਹੋਇਆ ਪਾਸਿਆਂ ਨੂੰ ਜੋੜ ਕੇ ਅਗਲਾ ਕਰਨ ਵਾਲਾ ਕੰਮ ਚਾਲੂ ਕਰ ਲਿਆ ਜਾਂਦਾ ਸੀ। ਭਾਫ ਵਾਲੇ ਇੰਜਨ 1960 ਈਸਵੀ ਤੋਂ ਕਾਫੀ ਪਹਿਲੋਂ ਭਾਵੇਂ ਲਗਭਗ ਡੀਜ਼ਲ ਇੰਜਨਾਂ ਦੀ ਕਾਢ ਨਿਕਲ ਚੁੱਕੀ ਸੀ, ਉਸ ਤੋਂ ਪਹਿਲੋਂ ਇੱਥੇ ਰੇਲਵੇ, ਟਰੱਕਾਂ, ਬੱਸਾਂ ਤੇ ਦੂਸਰੀ ਮਸ਼ੀਨਰੀ ਦੇ ਸਾਰੇ ਇੰਜਨ ਭਾਫ ਨਾਲ ਹੀ ਚੱਲਦੇ ਹੁੰਦੇ ਸਨ। ਰੇਲਵੇ ਦੇ ਇੰਜਨ ਦੇ ਅਗਲੇ ਹਿੱਸੇ ਵਿੱਚ ਇੰਜਨ ਹੁੰਦਾ ਤੇ ਉਸ ਦੇ ਉੱਪਰ ਬਾਦੂ ਤੇ ਕਾਲੇ ਰੰਗ ਦੀ ਭਾਫ ਤੇ ਧੂੰਆਂ ਨਿਕਲਣ ਵਾਲੀ ਲੂੰਬੀ ਹੁੰਦੀ ਸੀ। ਇੰਜਨ ਦੇ ਪਿਛਲੇ ਹਿੱਸੇ ਵਿੱਚ ਪੱਥਰ ਦੇ ਕੋਲੇ ਦਾ ਭੰਡਾਰ ਰੱਖਿਆ ਹੁੰਦਾ ਸੀ, ਜਿੱਥੋਂ ਇੰਜਨ ਨੂੰ ਚਲਾਉਣ ਵਾਲੇ ਬੇਲਚਿਆਂ ਨਾਲ ਕੋਲਾ ਚੁੱਕ ਕੇ ਅਗਲੇ ਪਾਸੇ ਪਹਿਲੋਂ ਹੀ ਬਲ ਜਲ ਰਹੇ ਕੋਲੇ ਦੀ ਲਾਲ ਅੱਗ ਵਿੱਚ ਸੁੱਟਦੇ ਰਹਿੰਦੇ ਸਨ। ਚਲਦੀ ਰੇਲ ਦੇ ਉੱਪਰੋਂ ਦੀ ਕੋਲੇ ਦੇ ਕਾਲੇ ਧੂਏ ਦੀ ਕਾਲੀ ਹਵਾਈ ਧਾਰਾ ਇਹ ਭੁਲੇਖਾ ਪਾਉਂਦੀ ਹੁੰਦੀ ਸੀ ਜਿਵੇਂ ਹੇਠਾਂ ਤੇ ਉੱਪਰ 2 ਰੇਲਾਂ ਇੱਕੋ ਹੀ ਦਿਸ਼ਾ ਨੂੰ ਇਕੱਠੀਆਂ ਦੌੜ ਰਹੀਆਂ ਹਨ। ਖੜੀ ਰੇਲ ਦਾ ਕਾਲਾ ਧੂੰਆਂ ਉੱਪਰ ਵੱਲ ਜਾਂਦਾ ਹੁੰਦਾ ਸੀ। ਉਸ ਭਾਫ ਇੰਜਨ ਵਾਲੀ ਬੱਸ ਦੀ ਛੱਤ ਉੱਪਰ ਬਲਣ ਵਾਲਾ ਬਾਲਣ ਰੱਖਿਆ ਹੁੰਦਾ ਸੀ ਤੇ ਬੱਸ ਦੇ ਪਿਛਲੇ ਪਾਸੇ ਦਾਣਿਆਂ ਵਾਲੇ ਡਰਮ ਵਰਗਾ ਇੱਕ ਡਰਮ ਫਿੱਟ ਹੁੰਦਾ ਸੀ, ਜਿਸ ਦੇ ਉੱਪਰ ਵੱਲ ਦੀ ਬਾਲਣ ਸੁੱਟ ਕੇ ਢੱਕਣ ਦੇ ਦਿੱਤਾ ਜਾਂਦਾ ਸੀ, ਜਿਸ ਵਿੱਚ ਬਲਦੀ ਅੱਗ ਤੋਂ ਬਣਦੀ ਭਾਫ ਇੱਕ ਪਾਈਪ ਰਾਹੀਂ ਬੱਸ ਦੇ ਅਗਲੇ ਹਿੱਸੇ ਵਿੱਚ ਰੱਖੇ ਭਾਫ ਇੰਜਨ ਵਿੱਚ ਪਹੁੰਚਦੀ ਤੇ ਭਾਫ ਇੰਜਨ ਚੱਲ ਕੇ ਬੱਸ ਨੂੰ ਮੰਜ਼ਿਲ ਤੱਕ ਲੈ ਜਾਂਦਾ ਹੁੰਦਾ ਸੀ। ਇਸੇ ਤਰ੍ਹਾਂ ਦੂਸਰੇ ਭਾਫ ਇੰਜਨ ਚੱਲਦੇ ਹੁੰਦੇ ਸਨ। ਉਸ ਤੋਂ ਮਗਰੋਂ ਇਹ ਸਾਰੀ ਸੇਵਾ ਡੀਜ਼ਲ ਇੰਜਨਾਂ ਨੇ ਸੰਭਾਲ ਲਈ ਸੀ ਤੇ ਭਾਫ ਇੰਜਨਾਂ ਦਾ ਸੱਭਿਆਚਾਰ ਹੁਣ ਅਲੋਪ ਹੋ ਚੁੱਕਿਆ ਹੈ। ਕਮਾਦ ਦੇ ਗੰਨੇ ਪੀੜਨ ਵਾਲਾ ਵੇਲਣਾ, ਕਿਸਾਨਾਂ ਦਾ ਇਹ ਇੱਕ ਐਸਾ ਸਾਧਨ ਹੁੰਦਾ ਸੀ ਜਿਸ ਨਾਲ ਬੀਜੀ ਹੋਈ ਕਮਾਦ ਦੀ ਫਸਲ ਨੂੰ ਲੋੜ ਮੁਤਾਬਕ ਕੱਟ ਕੇ ਤੇ ਗੰਨਿਆਂ ਤੋਂ ਉੱਪਰਲੇ ਹਰੇ ਹਿੱਸੇ, ਜਿਸ ਦਾ ਨਾਂ ਆਗ ਹੁੰਦਾ ਸੀ, ਨੂੰ ਵੱਖ ਕਰਕੇ ਤੇ ਗੰਨਿਆਂ ਉੱਪਰੋਂ ਦਾਤੀ ਨਾਲ ਖੋਰੀ ਉਤਾਰ ਕੇ ਸਾਫ਼ ਕਰਕੇ ਗੰਨਿਆਂ ਨੂੰ ਇਸ ਸਾਧਨ ਵੇਲਣੇ ਨਾਲ ਪੀੜ ਕੇ ਵਿੱਚੋਂ ਨਿਕਲਦੀ ਮਿੱਠੀ ਰਸ, ਜੂਸ ਦਾ ਗੁੜ, ਸ਼ੱਕਰ, ਰਾਬ ਜਾਂ ਖੰਡ ਬਣਾਈ ਜਾਂਦੀ ਹੁੰਦੀ ਸੀ। ਕਮਾਦ ਦੇ ਗੰਨਿਆਂ ਨੂੰ ਪੀੜਨ ਵਾਲਾ ਇਹ ਸਾਧਨ ਵੇਲਣਾ ਪਹਿਲੋਂ ਪਹਿਲ ਪੂਰੇ ਦਾ ਪੂਰਾ ਸਖਤ ਤੇ ਮਜ਼ਬੂਤ ਕਾਲੀ ਲੱਕੜੀ ਦਾ ਬਣਿਆ ਹੋਇਆ ਹੁੰਦਾ ਸੀ। ਇਸ ਦਾ ਪੂਰਾ ਢਾਂਚਾ 3 ਅੰਗ, ਤੱਕੜ, ਚੱਠਾ ਤੇ ਲੱਤਾਂ ਲੱਕੜ ਦੀਆਂ ਹੀ ਹੁੰਦੀਆਂ ਸਨ ਤੇ ਉੱਪਰ ਇੱਕ ਗਾਠੀ ਫਿੱਟ ਕੀਤੀ ਹੁੰਦੀ ਸੀ, ਜਿਸ ਨੂੰ 2 ਬਲਦ ਖਿੱਚਣ ਸ਼ਕਤੀ ਨਾਲ ਖਿੱਚ ਕੇ ਗੋਲ ਬਣਾਈ ਹੋਈ ਹਲਟ ਵਰਗੀ ਡਬਲ ਪੈਡ ਉੱਤੇ ਤੁਰਦੇ ਹੁੰਦੇ ਸਨ, ਜਿਸ ਨਾਲ ਗਾਠੀ 3 ਤੱਕੜਾਂ ਨੂੰ ਘੁਮਾਉਂਦੀ ਹੁੰਦੀ ਸੀ।
ਤੇ ਉਹ ਤਿੰਨੋਂ ਤੱਕੜ ਆਪਣੇ ਵਿੱਚ ਪਸਾਏ ਹੋਏ ਗੰਨਿਆਂ ਨੂੰ ਆਪਣੀ ਕੁੱਟਣ ਸ਼ਕਤੀ ਨਾਲ ਕੁੱਟ ਪੀੜ ਕੇ ਰਸ ਨੂੰ ਹੇਠਾਂ ਫਿੱਟ ਕੀਤੇ ਹੋਏ ਲੱਕੜੀ ਦੇ ਚੱਠੇ ਵਿੱਚ ਸੁੱਟ ਦਿੰਦੇ, ਜਿੱਥੋਂ ਰਸ ਚੱਠੇ ਦੇ ਮੂੰਹ ਥਾਣੀ ਯਾਨੀ ਰਾਹੀ ਨੀਵੇਂ ਥਾਂ ਵਿੱਚ ਰੱਖੀ ਘੜਿਆਂ ਮੱਟਾਂ ਵਿੱਚ ਇਕੱਠਾ ਹੁੰਦਾ ਰਹਿੰਦਾ ਸੀ। ਪੀੜੇ ਹੋਏ ਗੰਨਿਆਂ ਦੀ ਪੂਰੀ ਲੰਬਾਈ ਵਿੱਚ ਬਣੀ ਟੋਕ ਪੱਛੀਆਂ ਨੂੰ ਤੱਕੜ ਵੇਲਣੇ ਦੇ ਪਿਛਲੇ ਪਾਸੇ ਸੁੱਟ ਦਿੰਦੇ ਸਨ। ਰਸ ਨਾਲ ਭਰ ਚੁੱਕੇ ਘੜੇ ਮੱਟ ਨੂੰ ਬਦਲ ਕੇ ਦੂਸਰਾ ਮੱਟ ਉੱਥੇ ਰੱਖ ਦਿੱਤਾ ਜਾਂਦਾ ਸੀ। 1935 ਤੋਂ 1940 ਈਸਵੀ ਵੇਲੇ ਇਸ ਸਾਧਨ ਦੇ ਤੱਕੜ ਲੋਹੇ ਦੇ ਬਣਨ ਲੱਗ ਪਏ ਸਨ ਅਤੇ 1960 ਈਸਵੀ ਵੇਲੇ ਇਹ ਸਾਧਨ ਪੂਰੇ ਦਾ ਪੂਰਾ ਲੋਹੇ ਦਾ ਹੀ ਬਣ ਚੁੱਕਿਆ ਸੀ ਤੇ 1970 ਈਸਵੀ ਵੇਲੇ ਇਸ ਸਾਧਨ ਵਿੱਚ ਹੋਰ ਸੋਧਾਂ ਕੀਤੀਆਂ ਗਈਆਂ ਤੇ ਆਕਾਰ ਵੀ ਵੱਡਾ ਤੇ ਸੁੰਦਰ ਬਣਾ ਦਿੱਤਾ ਗਿਆ ਸੀ। 1985 ਤੋਂ 1900 ਈਸਵੀ ਦੇ ਨੇੜੇ ਤੇੜੇ ਦੋਨੇ ਦੇ ਕਿਸਾਨਾਂ ਨੇ ਗੰਨਾ ਬੀਜਣਾ ਬੰਦ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਲੋਹੇ ਦੇ ਬਹੁਤ ਸੋਹਣੇ ਵੇਲਣਿਆਂ ਨੂੰ ਲੋਹੇ ਕਬਾੜ ਦੇ ਭਾਅ ਵੇਚ ਦਿੱਤਾ ਸੀ। ਉਸ ਵੇਲੇ ਤੱਕ ਵੇਲਣਾ ਡੀਜ਼ਲ ਇੰਜਨਾਂ ਜਾਂ ਬਿਜਲੀ ਦੀ ਪਾਵਰ ਨਾਲ ਚੱਲਣ ਵਾਲੀਆਂ ਮੋਟਰਾਂ ਨਾਲ ਵੀ ਚਲਾਉਣਾ ਸ਼ੁਰੂ ਹੋ ਗਿਆ ਸੀ, ਜਿਸ ਤੋਂ ਫਾਇਦਾ ਯਾਨੀ ਲਾਭ ਉਠਾ ਕੇ ਯੂਪੀ ਦੇ ਪੂਰਬੀ ਭਈਆਂ ਨੇ ਵੇਲਣੇ ਸਸਤੇ ਭਾਅ ਖਰੀਦ ਕੇ ਤੇ ਕਮਾਦ ਦੀ ਫਸਲ ਵੀ ਮੁੱਲ ਲੈ ਕੇ ਗੁੜ ਬਣਾ ਕੇ ਜਾਂ ਰਸ ਬਣਾ ਕੇ ਵੇਚਣ ਵਾਲਾ ਵਪਾਰਕ ਕੰਮ ਸ਼ੁਰੂ ਕਰਕੇ ਬਹੁਤ ਲਾਭ ਕਮਾਇਆ ਸੀ। ਇਹ ਕੰਮ ਹੁਣ ਵੀ ਨੂਰ ਮਹਿਲ ਦੇ ਨੇੜੇ ਤੇੜੇ ਤੇ ਹੋਰ ਥਾਈਂ ਵੀ ਪੂਰਬੀਏ ਕਰਦੇ ਆਮ ਵੇਖੇ ਜਾਂਦੇ ਹਨ। ਉਹ ਆਪਣੀ ਹੁਨਰ ਸ਼ਕਤੀ ਨਾਲ ਕਈ ਰੰਗਾਂ ਤੇ ਵੰਨਗੀਆਂ ਦਾ ਆਪਣੀ ਮੁਹਾਰਤ ਨਾਲ ਗੁੜ ਬਣਾ ਕੇ ਬਾਜ਼ਾਰਾਂ ਵਿੱਚ ਗੁੜ ਦੀਆਂ ਰੌਣਕਾਂ ਲਾਈ ਰੱਖਦੇ ਹਨ। ਉਹਨਾਂ ਗੁੜ ਬਾਜ਼ਾਰ 'ਤੇ ਕਬਜ਼ਾ ਕਰ ਲਿਆ ਹੈ। ਵੈਸੇ ਵੀ ਅੱਜ ਕੱਲ੍ਹ ਕਈ ਥਾਈਂ ਪੰਜਾਬ ਵਿੱਚ ਰਾਹ ਵਿੱਚ ਜਾਂਦਿਆਂ ਕਈ ਕੁਲਾੜੀਆਂ ਆਮ ਮਿਲਣੀਆਂ ਹੁਣ ਸ਼ੁਰੂ ਹੋ ਚੁੱਕੀਆਂ ਨੇ, ਜਿਸ ਨਾਲ ਇੱਕ ਵਾਰ ਫਿਰ ਇਹ ਸੱਭਿਆਚਾਰ ਹੁਣ ਫਿਰ ਮੁੜ ਸੁਰਜੀਤ ਹੋ ਰਿਹਾ ਹੈ। ਗੁੜ ਸ਼ੱਕਰ ਤੇ ਰਾਬ ਬਣਾਉਣ ਦਾ ਬੰਦੋਬਸਤ। ਗੰਨੇ ਦੀ ਰਸ ਨੂੰ ਉਬਾਲ ਕੇ ਉਸ ਵਿਚਲੇ ਪਾਣੀ ਨੂੰ ਅੱਗ ਦੇ ਸੇਕ ਨਾਲ ਸੁਕਾ ਕੇ ਬਾਕੀ ਬਚਦੀ ਮਿਠਾਸ ਦਾ ਗੁੜ ਸ਼ੱਕਰ ਜਾਂ ਰਾਬ ਖੰਡ ਬਣਾਈ ਜਾਂਦੀ ਹੈ। ਵੇਲਣੇ ਨਾਲ ਪੀੜੇ ਹੋਏ ਕਮਾਦ ਦੇ ਗੰਨਿਆਂ ਵਿੱਚੋਂ ਨੁੱਚੜ ਕੇ ਬਣੀ ਨਿਕਲੀ ਮਿੱਠੀ ਰਸ ਦੇ ਲਗਭਗ ਭਰਿਆ ਹੋਇਆ 3 ਮੱਟਾਂ ਦੀ ਇੱਕ ਪੱਤ ਬਣਾ ਕੇ ਉਸ ਨੂੰ ਲੋਹੇ ਦੇ ਕੜਾਈ ਵਿੱਚ ਪਾ ਕੇ ਜੋ ਇੱਕ ਭੱਠੀ ਚੁੱਭੇ ਉੱਪਰ ਰੱਖਿਆ ਹੋਇਆ ਹੁੰਦਾ ਹੈ, ਉਸ ਦੇ ਹੇਠ ਅੱਗ ਬਾਲ ਕੇ ਰਸ ਦੀ ਪੱਤ ਦਾ ਹੀ ਗੁੜ ਬਣਦਾ ਹੈ। ਗੁੜ ਦਾ ਧੰਦਾ ਸ਼ੁਰੂ ਕਰਨ ਵਾਸਤੇ ਲੋਹੇ ਦੀ ਮੋਟੀ ਚਾਦਰ ਦਾ 4 ਗੋਲ ਕੁੰਡਿਆਂ ਤੇ ਪੱਧਰੇ ਥੱਲੇ ਵਾਲਾ ਇੱਕ ਵੱਡਾ ਕੜਾਹਾ, ਇੱਕ ਮੋਟੇ ਸਰੀਏ ਦਾ ਗੋਲ ਛਾਨ ਜੋ ਚੁੱਭੇ ਦੇ ਵਿੱਚ ਬਾਲਣ ਤੋਂ ਬਲ ਕੇ ਬਣੀ ਸਵਾਹ ਨੂੰ ਹੇਠਾਂ ਛਾਣ ਕੇ ਭੇਜਦਾ ਹੈ, ਕਿਸੇ ਲੋਹਾਰ ਤੋਂ ਬਣਵਾਉਣੇ ਪੈਂਦੇ ਹਨ। ਰਸ ਦੀ ਪੱਤ ਦਾ ਅੱਗ ਦੇ ਸੇਕ ਨਾਲ ਬਣ ਚੁੱਕੇ ਗੁੜ ਨੂੰ ਕੜਾਹੇ ਵਿੱਚੋਂ ਕੱਢ ਕੇ ਲੱਕੜੀ ਦੀਆਂ ਫੱਟੀਆਂ ਦੇ ਬਣੇ ਹੋਏ ਗੰਢ, ਉਸ ਤੋਂ ਬਗੈਰ ਅੰਗਰੇਜ਼ੀ ਦੇ ਅੱਖਰ ਟੀ ਦੀ ਸ਼ਕਲ ਦਾ ਲੱਕੜੀ ਦਾ ਕੰਜਾ, ਰਸ ਵਿੱਚੋਂ ਨਿਕਲੀ ਮੈਲ ਨੂੰ ਛਾਨਣ ਤੇ ਕੱਢਣ ਵਾਲੀ ਛਾਨਣੀ, ਇੱਕ ਟੋਕਰੀ ਤੇ ਕੱਪੜੇ ਦੇ ਟੁਕੜੇ ਦੀ ਵੀ ਲੋੜ ਪੈਂਦੀ ਹੈ ਜੋ ਮੈਲ ਪੁੰਦਾ ਹੁੰਦਾ ਹੈ। ਕੜਾਹੀ ਵਿਚਲੀ ਰਸ ਨੂੰ ਉਬਾਲ ਕੇ ਤੇ ਸੁਕਾਉਣ ਵਾਸਤੇ ਹੇਠਾਂ ਵਾਲਾ ਪੱਠਾ ਚੁੱਭਾ ਪਹਿਲੋਂ ਤਿਆਰ ਕਰਨਾ ਪੈਂਦਾ ਹੈ। ਚੁੱਭਾ ਭੱਠੀ ਤਿਆਰ ਕਰਨਾ। ਇਸ ਨੂੰ ਤਿਆਰ ਕਰਨ ਵਾਸਤੇ ਬਹੁਤ ਹੀ ਹੁਨਰਮੰਦ ਤੇ ਤਜਰਬੇਕਾਰ ਮਿਸਤਰੀ ਦੀ ਲੋੜ ਪੈਂਦੀ ਹੈ। ਪੱਧਰੀ ਜ਼ਮੀਨ ਉੱਤੇ ਜੋ ਵੇਲਣੇ ਦੇ ਨੇੜੇ ਤੇੜੇ ਹੀ ਹੋਵੇ, ਕੜਾਹੇ ਦੀ ਗੁਲਾਈ ਤੋਂ ਥੋੜ੍ਹੀ ਘੱਟ ਗੁਲਾਈ ਵਾਲਾ ਗੋਲ ਟੋਆ ਪੁੱਟ ਕੇ ਉਸ 'ਤੇ ਇੱਕ ਪਾਸੇ ਬਲਣ ਵਾਲਾ ਬਾਲਣ ਅੰਦਰ ਸੁੱਟਣ ਵਾਸਤੇ ਇਕਰਾ ਤੇ ਦੂਜੇ ਪਾਸੇ ਧੂਏ ਨੂੰ ਖਿੱਚ ਕੇ ਉੱਪਰ ਭੇਜਣ ਵਾਲੀ ਲੰਬੀ ਨਾਲੀ ਬਣਾਈ ਜਾਂਦੀ ਹੈ। ਉਹ 3-4 ਫੁੱਟ ਡੂੰਘੇ ਟੋਏ ਦੇ ਵਿਚਕਾਰ ਤੇ ਹੇਠਾਂ ਲੋਹੇ ਦੇ ਮੋਟੇ ਸਰੀਏ ਦੇ ਬਣੇ ਹੋਏ ਗੋਲ ਛਾਨੇ ਤੋਂ ਥੋੜ੍ਹੀ ਘੱਟ ਗੁਲਾਈ ਵਾਲਾ ਇੱਕ ਹੋਰ ਡੂੰਘਾ ਟੋਆ ਪੁੱਟਿਆ ਜਾਂਦਾ ਹੈ, ਜੋ ਲੋਹੇ ਦੇ ਛਾਨੇ ਨਾਲ ਬਲਦੇ ਬਾਲਣ ਤੋਂ ਬਣੀ ਸਵਾਹ ਛਣ ਕੇ ਹੇਠਾਂ ਡਿੱਗਦੀ ਨੂੰ ਸੰਭਾਲਦਾ ਰਹਿੰਦਾ ਹੈ। ਉਸ ਟੋਏ ਵਿੱਚੋਂ ਸਵਾਹ ਬਾਹਰ ਕੱਢਣ ਵਾਸਤੇ ਧਰਤੀ ਹੇਠ ਸੁਰੰਗ ਵਾਂਗੂ ਇੱਕ ਹੋਰ ਰਾਹ ਵੀ ਬਣਾਇਆ ਜਾਂਦਾ ਹੈ। ਇਸ ਤਰ੍ਹਾਂ ਸਭ ਕੁਝ ਤਿਆਰ ਕਰਕੇ ਲੋਹੇ ਦੇ ਛਾਨੇ ਆਪਣੇ ਥਾਂ ਉੱਤੇ ਟਿਕਾ ਕੇ ਲੋਹੇ ਦੇ ਗੋਲ ਕੜਾਹੇ ਨੂੰ ਆਪਣੀ ਥਾਂ ਟਿਕਾ ਕੇ ਗੁੜ ਬਣਾਉਣ ਦੀ ਪਹਿਲੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ। ਗੁੜ ਬਣਾਉਣ ਦਾ ਢੰਗ ਤਰੀਕਾ। ਕਮਾਦ ਦੇ ਗੰਨਿਆਂ ਵਿੱਚੋਂ ਨੁੱਚੜ ਕੇ ਨਿਕਲੀ ਮਿੱਠੀ ਰਸ ਤੋਂ ਗੁੜ ਬਣਾਉਣਾ ਵੀ ਇੱਕ ਕਲਾ ਹੀ ਹੁੰਦੀ ਹੈ। ਇਸ ਨੂੰ ਬਣਾਉਣਾ ਸ਼ੁਰੂ ਕਰਨ ਵਾਸਤੇ ਚੁੱਭੇ ਭੱਠੀ ਉੱਪਰ ਰੱਖੇ ਕੜਾਹੇ ਵਿੱਚ ਇੱਕ ਟੋਕਰੀ ਰੱਖ ਕੇ ਉਸ ਵਿੱਚ ਰਸ ਦੇ ਭਰੇ ਹੋਏ 3 ਮਟਕੇ ਪਾ ਦਿੱਤੇ ਜਾਂਦੇ ਹਨ। ਟੋਕਰੀ ਵਿੱਚ ਰੱਖੀ ਖੋਰੀ ਜਾਂ ਜਾਲੀਦਾਰ ਕੱਪੜਾ ਉਸ ਰਸ ਨੂੰ ਪੁੰਨ ਦਿੰਦਾ ਹੁੰਦਾ ਹੈ। ਉਸ ਤੋਂ ਮਗਰੋਂ ਸੁੱਕੇ ਹੋਏ ਸਲਵਾੜ ਦੇ ਬਾਲਣ ਨੂੰ ਅੱਗ ਬਾਲ ਕੇ ਲੋਹੇ ਦੇ ਛਾਨੇ ਉੱਪਰ ਸੁੱਟ ਦਿੱਤਾ ਜਾਂਦਾ ਹੈ ਅਤੇ ਬਾਲਣ ਦਾ ਅਗਲਾ ਝੁਲਕਾ ਥੋੜ੍ਹੇ ਚਿਰ ਸਮੇਂ ਤੋਂ ਮਗਰੋਂ ਅੱਗੋਂ ਬਲਦੀ ਅੱਗ ਨੂੰ ਚਾਲੂ ਰੱਖਣ ਤੇ ਸੇਕ ਨੂੰ ਵਧਾਉਣ ਵਾਸਤੇ ਬਲਦੇ ਬਾਲਣ ਉੱਪਰ ਲਗਾਤਾਰ ਸੁੱਟਣਾ ਪੈਂਦਾ ਹੈ, ਜਿਸ ਨਾਲ ਕੜਾਹੇ ਵਿਚਲੀ ਰਸ ਗਰਮ ਹੋ ਕੇ ਉਬਲਣ ਲੱਗ ਪੈਂਦੀ ਹੈ। ਬਾਲਣ ਵਾਲਾ ਸੁੱਕਾ ਹੋਇਆ ਸਲਵਾੜ, ਟੋਕ, ਖੋਰੀ ਜਾਂ ਮੋਟਾ ਕਾਫੂਸ ਹੀ ਹੋਣਾ ਚਾਹੀਦਾ ਹੈ। ਗੁੜ ਦੀ ਮੈਲ ਉਤਾਰਨਾ।
ਲਗਾਤਾਰ ਬਲਦੇ ਬਾਲਣ ਦੇ ਸੇਕ ਨਾਲ ਰਸ ਗਰਮ ਹੋ ਕੇ ਉਬਲਣ ਲੱਗ ਕੇ ਉਸ ਵਿਚਲੀ ਮੈਲ ਇੱਕ ਥਾਂ ਉੱਪਰ ਵੱਲ ਨੂੰ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ। ਤਦ ਬਣਨ ਵਾਲੇ ਗੁੜ ਵਿੱਚ ਹੋਰ ਨਿਖਾਰ ਲਿਆਉਣ ਵਾਸਤੇ ਥੋੜ੍ਹੀ ਜਿਹੀ ਮਿਕਦਾਰ ਵਿੱਚ ਮਿੱਠਾ ਸੋਡਾ ਸੁੱਟ ਕੇ ਬਚੀ ਖੁਚੀ ਹੋਰ ਮੈਲ ਨੂੰ ਛਾਨਣੀ ਦੀ ਮਦਦ ਨਾਲ ਉਤਾਰ ਲਿਆ ਜਾਂਦਾ ਹੈ ਅਤੇ ਬਾਲਣ ਦੇ ਅਗਲੇ ਝੁਲਕੇ ਨਾਲ ਫਿਰ ਅੱਗ ਦਾ ਸੇਕ ਹੋਰ ਵਧਾਇਆ ਜਾਂਦਾ ਹੈ ਅਤੇ ਜਿਸ ਕਰਕੇ ਉਬਲਦੀ ਹੋਈ ਰਸ ਵਿੱਚੋਂ ਪਾਣੀ ਸੜ ਕੇ ਉੱਪਰ ਉੱਠ ਜਾਂਦਾ ਹੈ ਅਤੇ ਬਾਕੀ ਮਿਠਾਸ ਹੀ ਬਚ ਗਈ ਹੁੰਦੀ ਹੈ, ਜੋ ਪੂਰੇ ਦਾ ਪੂਰਾ ਗੁੜ ਹੀ ਹੁੰਦਾ ਹੈ। ਉਹ ਗੁੜ ਦਾ ਮੁੱਢਲਾ ਪੜਾਅ ਹੋਣ ਕਰਕੇ ਤੇ ਰਾਬ ਦਾ ਰੂਪ ਹੁੰਦਾ ਹੈ। ਉਸ ਦੀ ਰਾਬ ਬਣਾਉਣ ਵਾਸਤੇ ਕੜਾਹੇ ਦੇ ਕੋਲ ਰਾਬ ਪਾਉਣ ਵਾਲਾ ਮਿੱਟੀ ਦਾ ਪੱਕਾ ਘੜਾ ਰੱਖ ਕੇ ਤੇ ਕੜਾਹੇ ਨੂੰ ਗੋਲ ਕੁੰਡਿਆਂ ਤੋਂ ਟੇਢਾ ਕਰਕੇ ਉਸ ਵਿਚਲੀ ਰਾਬ ਨੂੰ ਕਿਸੇ ਡੋਹਣੀ ਜਾਂ ਭਾਂਡੇ ਨਾਲ ਘੜੇ ਵਿੱਚ ਪਾ ਲਿਆ ਜਾਂਦਾ ਹੈ ਤੇ ਕੜਾਹੇ ਨੂੰ ਫਿਰ ਚੁੱਭੇ ਉੱਪਰ ਰੱਖ ਕੇ ਅਗਲੀ ਪੱਤ ਦਾ ਕੰਮ ਮੁੜ ਸ਼ੁਰੂ ਕੀਤਾ ਜਾਂਦਾ ਹੈ। ਜੇ ਉਸ ਪੱਤ ਦੀ ਰਾਬ ਨਾ ਬਣਾਉਣੀ ਹੋਵੇ ਤਾਂ ਕੁਝ ਝੁਲਕੀ ਬਾਲਣ ਦੇ ਚੁੱਭੇ ਵਿੱਚ ਹੋਰ ਸੁੱਟ ਕੇ ਪੱਤ ਸ਼ੱਕਰ ਬਣਾਉਣ ਦੇ ਪੜਾਅ ਵਿੱਚ ਪਹੁੰਚ ਜਾਂਦੀ ਹੈ, ਜੋ ਗੁੜ ਬਣਾਉਣ ਦਾ ਦੂਸਰਾ ਪੜਾਅ ਹੁੰਦਾ ਹੈ। ਉਸ ਉਬਲਦੀ ਪੱਤ ਵਿੱਚੋਂ ਹਵਾ ਦੇ ਬੁਲਬੁਲੇ ਬਣ ਕੇ ਨਿਕਲਣ ਲੱਗ ਪੈਂਦੇ ਹਨ। ਸ਼ੱਕਰ ਬਣਾਉਣ ਵਾਸਤੇ ਕੜਾਹੇ ਨੂੰ ਚਾਰਾਂ ਗੋਲ ਕੁੰਡਿਆਂ ਵਿੱਚੋਂ ਫੜ ਕੇ ਨੇੜੇ ਰੱਖੇ ਹੋਏ ਲੱਕੜੀ ਦੀਆਂ ਫੱਟੀਆਂ ਦੇ ਬਣੇ ਹੋਏ ਗੰਢ ਉੱਪਰ ਟੇਢਾ ਕਰਕੇ ਉਸ ਵਿਚਲਾ ਸ਼ੱਕਰ ਦਾ ਪਤਲਾ ਰੂਪ ਰੰਬੇ, ਚੰਡੀ ਜਾਂ ਹੋਰ ਕਿਸੇ ਵੀ ਔਜ਼ਾਰ ਨਾਲ ਖੁਰਚ ਕੇ ਗੰਢ ਵਿੱਚ ਪਾ ਲਿਆ ਜਾਂਦਾ ਹੈ ਅਤੇ ਕੜਾਹਾ ਮੁੜ ਪਹਿਲੇ ਥਾਂ ਰੱਖ ਕੇ ਉਸ ਵਿੱਚ ਫਿਰ 3 ਮੱਟ ਭਰੇ ਹੋਏ ਰਸ ਦੇ ਪਾ ਕੇ ਬਾਲਣ ਦੇ ਝੁਲਕੇ ਨਾਲ ਅਗਲੀ ਪੱਤ ਦਾ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਹੈ ਅਤੇ ਸ਼ੱਕਰ ਬਣਾਉਣ ਦਾ ਮਾਹਰ ਗੱਡੇ ਦੇ ਨੇੜੇ ਬੈਠ ਕੇ ਸ਼ੱਕਰ ਦੇ ਪਤਲੇ ਰੂਪ ਨੂੰ ਰੰਬੇ ਨਾਲ ਇੱਧਰ ਉੱਧਰ ਕਰਦਾ ਹੈ। ਸ਼ੱਕਰ ਦੇ ਪਤਲੇ ਰੂਪ ਨੂੰ ਰੰਬੇ ਨਾਲ ਗੰਢ ਵਿੱਚ ਹੀ ਇੱਧਰ ਉੱਧਰ ਕਰਨ ਹਿਲਾਉਣ ਨਾਲ ਉਹ ਨਰਮ ਰੂਪ ਗਰਮ ਤੋਂ ਠੰਡਾ ਹੋ ਕੇ ਜੰਮਣ ਸਖਤ ਰੂਪ ਬਦਲਦੇ ਨੂੰ ਹੀ ਦੋਨਾਂ ਹੱਥਾਂ ਦੀਆਂ ਹਥੇਲੀਆਂ ਨਾਲ ਮਲਦੇ ਰੱਖ ਕੇ ਹੀ ਸ਼ੱਕਰ ਦਾ ਪੂਰਾ ਰੂਪ ਦੇ ਕੇ ਸ਼ੱਕਰ ਬਣਾਈ ਜਾਂਦੀ ਹੈ। ਗੁੜ ਜਾਂ ਸ਼ੱਕਰ ਨੂੰ ਹੋਰ ਸੁੰਦਰ ਤੇ ਰੰਗਦਾਰ ਬਣਾਉਣ ਵਾਸਤੇ ਗੰਢ ਵਿੱਚ ਪਾਈ ਪੱਤ ਵਿੱਚ ਮਨ ਚਾਹੇ ਰੰਗ ਪਾ ਕੇ ਉਸ ਨੂੰ ਰੰਬੇ ਨਾਲ ਚੰਗੀ ਤਰ੍ਹਾਂ ਮਿਲਾ ਕੇ ਗੁੜ ਜਾਂ ਸ਼ੱਕਰ ਦੇ ਰੂਪ ਨੂੰ ਹੋਰ ਰੰਗ ਬਰੰਗੀ ਸੁੰਦਰਤਾ ਦਿੱਤੀ ਜਾ ਸਕਦੀ ਹੈ। ਖਿਆਲ ਰੱਖਣ ਵਾਲੀ ਗੱਲ ਇਹ ਹੈ ਕਿ ਕਮਾਦ ਦੀ ਖੜੀ ਡਿੱਗੀ ਹੋਈ, ਚੂਹਿਆਂ ਦੀ ਟੁੱਕੀ ਹੋਈ ਜਾਂ ਕਿਸੇ ਕਾਰਨ ਕਮਜ਼ੋਰ ਰਹਿ ਗਈ ਬਿਮਾਰ ਫਸਲ ਦਾ ਪ੍ਰਭਾਵ ਗੁੜ ਬਣਾਉਣ ਉੱਪਰ ਘੱਟ ਤੇ ਸ਼ੱਕਰ ਬਣਾਉਣ ਉੱਪਰ ਜ਼ਿਆਦਾ ਪੈਂਦਾ ਹੈ। ਇਸ ਕਰਕੇ ਸ਼ੱਕਰ ਚੰਗੀ ਸਿਹਤ ਵਾਲੇ ਕਮਾਦ ਦੇ ਗੰਨਿਆਂ ਦੇ ਰਸ ਤੋਂ ਬਣ ਸਕਦੀ ਹੈ। ਸ਼ੱਕਰ ਉਹਨਾਂ ਪੁਰਾਣੇ ਸਮੇਂ ਵੇਲੇ ਗੁੜ ਨਾਲੋਂ ਜ਼ਿਆਦਾ ਕਦਰ ਕਰਵਾਉਂਦੀ ਹੁੰਦੀ ਸੀ। ਲੋਕ ਸ਼ੱਕਰ ਵਿੱਚ ਮੱਖਣ ਜਾਂ ਘਿਓ ਮਿਲਾ ਕੇ ਖਾਂਦੇ ਜਾਂ ਰੋਟੀ ਵੀ ਸ਼ੱਕਰ ਘਿਓ ਨਾਲ ਖਾ ਲੈਂਦੇ ਹੁੰਦੇ ਸਨ। ਦਾਲ ਤੇ ਸਬਜ਼ੀ ਬਣਾਉਣ ਦਾ ਰਿਵਾਜ ਉਸ ਵੇਲੇ ਹੁਣ ਵਾਂਗੂ ਨਹੀਂ ਸੀ। ਪ੍ਰਾਹੁਣਿਆਂ ਨੂੰ ਵੀ ਰੋਟੀ ਵੇਲੇ ਆਦਰ ਵਜੋਂ ਸ਼ੱਕਰ ਘਿਓ ਪਾ ਦਿੱਤਾ ਜਾਂਦਾ ਸੀ ਤੇ ਮੁੰਡੇ ਦੀ ਕੁੜਮਾਈ ਵੇਲੇ ਸੰਬੰਧਿਤ ਮੁੰਡਾ ਕੁੜਮਾਈ ਤੋਂ ਮਗਰੋਂ ਸਾਫੇ ਦੀ ਝੋਲੀ ਵਿੱਚ ਸ਼ੱਕਰ ਪਾ ਕੇ ਸਭ ਬੈਠੇ ਸੱਜਣਾਂ ਨੂੰ ਵਰਤਾਉਂਦਾ ਹੁੰਦਾ ਸੀ। ਇਸੇ ਤਰ੍ਹਾਂ ਰਾਬ ਜੋ ਗੁੜ ਦਾ ਮੁੱਢਲਾ ਪਹਿਲਾ ਰੂਪ ਦੱਸਿਆ ਗਿਆ ਹੈ, ਨਾਲ ਵੀ ਸੰਬੰਧਿਤ ਪਰਿਵਾਰ ਉਹਨਾਂ ਵੇਲਿਆਂ ਵੇਲੇ ਦਾਲ ਸਬਜ਼ੀ ਦੀ ਥਾਂ ਰਾਬ ਨਾਲ ਰੋਟੀਆਂ ਚੋਪੜ ਕੇ ਜਾਂ ਰਾਬ ਕੌਲੀਆਂ ਵਿੱਚ ਪਾ ਕੇ ਦਾਲ ਸਬਜ਼ੀ ਵਾਂਗੂ ਬੁਰਕੀਆਂ ਲਾ ਕੇ ਖਾਂਦੇ ਹੁੰਦੇ ਸਨ। ਬੱਚੇ ਰਾਬ ਨਾਲ ਚੋਪੜੀ ਰੋਟੀ ਦੀ ਕੋਕਲੀ ਵੱਟ ਕੇ ਖਾਂਦੇ ਹੁੰਦੇ ਸੀ। ਜਦੋਂ ਰਾਬ ਵਾਲੀ ਭਰੀ ਹੋਈ ਮੱਟੀ ਮੁੱਕ ਜਾਂਦੀ ਸੀ ਤਦ ਮੱਟੀ ਦੇ ਹੇਠਲੇ ਹਿੱਸੇ ਵਿੱਚ ਖੰਡ ਬਣੀ ਦਾ ਇੱਕ ਵੱਡਾ ਤੇ ਸਖਤ ਟੁਕੜਾ ਮਿਲਦਾ ਹੁੰਦਾ ਸੀ, ਜੋ ਰਾਬ ਤੋਂ ਹੀ ਬਣਿਆ ਹੁੰਦਾ ਸੀ। ਖੰਡ ਮਿਲਾਂ ਵਿੱਚ ਵੀ ਰਾਬ ਤੋਂ ਹੀ ਖੰਡ ਇਸ ਤਰ੍ਹਾਂ ਹੀ ਬਣਦੀ ਹੁੰਦੀ ਹੈ। ਉਸ ਦਾ ਜੋ ਸੀਰਾ ਹੁੰਦਾ ਹੈ ਉਹ ਰਸਾਇਣਕ ਦਵਾਈ ਵਾਲੀ ਰਾਬ ਹੀ ਹੁੰਦੀ ਹੈ। ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਅਸੀਂ ਗੱਲ ਕਰਾਂਗੇ ਗੁੜ ਬਣਾਉਣ ਬਾਰੇ।